ਅੱਜ ਆਪਾਂ ਆਸਾ ਦੀ ਵਾਰ ਦੀ ਤੀਸਰੀ ਪੌੜੀ 463 ਅੰਗ 463 ਉੱਥੋਂ ਸ਼ੁਰੂ ਕਰਨ ਲੱਗੇ ਹਾਂ ਗਿਆਨ। ਇਹਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਉਸ ਤੋਂ ਪਹਿਲਾਂ ਦੱਸਿਆ ਸੀਗਾ ਵੀ ਪਰਮਾਤਮਾ ਨੇ ਜਿਹੜਾ ਹੈਗਾ ਆਪਣੇ ਵਿੱਚੋਂ ਸਾਰੇ ਜੀਵ ਭੇਜੇ। ਇਹ ਕੁਦਰਤ ਬਣਾਈ ਮਾਲਕ ਪਰਮਾਤਮਾ ਨੇ, ਔਰ ਧਰਤੀ ਸਾਰਾ ਕੁਛ ਰਹਿਣ ਦਾ ਇਨਵਾਇਰਮੈਂਟ ਬਣਾਇਆ ਮਾਲਕ ਨੇ। ਔਰ ਉਸ ਤੋਂ ਬਾਅਦ ਫਿਰ ਜਿਹੜਾ ਦੂਸਰੀ ਪੌੜੀ 'ਚ ਮਹਾਰਾਜ ਕਹਿੰਦੇ ਆ ਕਿ ਜੀਵ ਪੈਦਾ ਕਰ ਦਿੱਤੇ। ਫਿਰ ਜੀਵਾਂ ਨੂੰ ਜਿਹੜਾ ਹੈਗਾ ਇਹ ਕਰਮ ਭੂਮੀ ਦਿੱਤੀ, ਸਾਰੀ ਫੈਸਿਲਿਟੀ ਮਾਲਕ ਪਰਮਾਤਮਾ ਨੇ ਕ੍ਰੀਏਸ਼ਨ ਧਰਤੀ ਤੋਂ ਪੈਦਾਵਾਰ ਧਰਤੀ 'ਚੋਂ ਹੁੰਦੀ ਹੈ। ਔਰ ਐਸੀ ਧਰਤੀ ਬਣਾਈ ਹੈ ਮਾਲਕ ਪਰਮਾਤਮਾ ਕਿ ਉਹ ਜਿਹੜੀ ਹੈਗੀ ਕਦੀ ਉਹਦੀ ਪੈਦਾਵਾਰ ਬੰਦ ਹੀ ਨਹੀਂ ਹੁੰਦੀ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਮਾਲਕ ਨੇ ਜਿਹੜੇ ਹੈਗੇ ਜੀਵ ਜਿਹੜੇ ਪੈਦਾ ਕੀਤੇ, ਇਨਸਾਨ ਜਿਹੜੇ ਹੈਗੇ ਉਹਨਾਂ ਦਾ ਫਿਰ ਜਿਹੜਾ ਹੈਗਾ ਲੇਖਾ ਜੋਖਾ ਪਾਈ ਕਰਮ ਜਿਹੜਾ ਹੈਗੇ। ਬਾਕੀ ਸਾਰੀਆਂ ਭੋਗੀ ਜੂਨਾਂ ਹੈਗੀਆਂ, 84 ਲੱਖ ਜੂਨਾਂ ਭੋਗੀ ਜੂਨਾਂ ਹੈਗੀਆਂ। ਇਨਸਾਨ ਇੱਕ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਮਾਲਕ ਨੇ ਸੁਤੰਤਰਤਾ ਦਿੱਤੀ ਹੈ। ਇਹ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਦੋ ਰਸਤੇ ਹੈਗੇ। ਇੱਕ ਜਿਹੜਾ ਹੈਗਾ ਮੈਟਰ ਦਾ ਆ, ਪਦਾਰਥਾਂ ਦਾ ਹੈ, ਦੁਨੀਆ ਦੇ ਭੋਗ ਵਿਲਾਸ ਦਾ। ਇੱਕ ਰਸਤਾ ਜਿਹੜਾ ਹੈਗਾ ਇਸ 'ਚੋਂ ਨਿਕਲਦਾ ਹੈਗਾ। ਔਰ ਮਾਲਕ ਕਹਿੰਦਾ ਹੈ ਕਿ ਮੈਂ ਤੈਨੂੰ ਮਨੁੱਖੀ ਜੂਨ ਦਿੱਤੀ ਆ, ਤੂੰ ਆਪਣੀ ਮਨ ਮਰਜ਼ੀ ਕਰ ਸਕਦਾ ਆ। ਜਿਹੜੇ ਮਰਜ਼ੀ ਰਸਤੇ 'ਤੇ, ਜਿਹੜੇ ਮਰਜ਼ੀ ਰਸਤੇ 'ਤੇ ਭਾਵੇਂ ਤੂੰ ਲਿਵ ਵਾਲੇ ਰਸਤੇ 'ਤੇ ਆਪਣੇ ਆਪ ਨੂੰ ਬੁੱਝ ਸਕਦਾ, ਗੇਮ 'ਚੋਂ ਬਾਹਰ ਆ ਸਕਦਾ ਹੈ, ਮੇਰੇ ਕੋਲ ਆ ਸਕਦਾ ਹੈ। ਤੂੰ ਮੇਰਾ ਰੂਪ ਹੈਗਾ ਆ, ਮਰਨ ਵਾਲਾ ਤੂੰ ਹੈਗਾ ਨਹੀਂ। ਪਰ ਜਿਹੜਾ ਹੈਗਾ ਇਹ ਪ੍ਰਕਿਰਤੀ ਦੀ ਕੈਦ, ਜਿਹੜੀ ਸਰੀਰ ਦੀ ਕੈਦ ਜਿਹੜੀ ਹੈਗੀ ਆ, ਸਰੀਰ ਪਤਾ ਨਹੀਂ ਤੈਨੂੰ ਕਿਹੜਾ ਕਿਹੜਾ ਮਿਲੂਗਾ ਜੇ ਤੂੰ ਇਹ ਮਨੁੱਖਾ ਜੂਨ ਜਿਹੜੀ ਹੈਗੀ ਇਸ 'ਚੋਂ ਖੁੰਝ ਜਾਏਗਾ। ਸਭ ਤੋਂ ਸਿਰੇ ਦੇ ਉੱਤੇ, ਸਭ ਤੋਂ ਸਿਖਰਲੀ ਪੌੜੀ ਦੇ ਉੱਤੇ ਆਪਾਂ ਹੈਗੇ ਆ। ਇਸ ਤੋਂ ਉੱਪਰ ਪਰਮਾਤਮਾ ਹੈਗਾ, ਇਸ ਤੋਂ ਥੱਲੇ ਜਿਹੜਾ ਹੈਗਾ 84 ਲੱਖ ਜੂਨਾਂ ਹੈਗੀਆਂ। ਉੱਪਰ ਚੜ੍ਹਨ ਵਾਸਤੇ ਮਿਹਨਤ ਕਰਨੀ ਪਊਗੀ, ਥੱਲੇ ਉਤਰਨ ਵਾਸਤੇ ਜਿਹੜਾ ਹੈਗਾ ਉਹਦੇ ਵਾਸਤੇ ਤਾਂ ਆਟੋਮੈਟਿਕਲੀ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਗਤੀ ਕਰਦੇ ਹਾਂ, ਉਸੇ ਹਿਸਾਬ ਦੇ ਨਾਲ ਆਪਣੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਆਪਣਾ ਜਿਹੜਾ ਹੈਗਾ ਅਗਲਾ ਜੀਵਨ ਜਿਹੜਾ ਨਿਰਧਾਰਿਤ ਹੁੰਦਾ ਹੈ। ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ। ਮਹਾਰਾਜ ਕਹਿੰਦੇ ਆ ਪਰਮਾਤਮਾ ਦੀ ਕੁਦਰਤ ਐਸੀ ਹੈਗੀ, ਪਰਮਾਤਮਾ ਨੇ ਕਿੰਨੇ ਕਿਸਮ ਦੇ ਨਾਦ ਬਣਾਏ ਆ ਮਾਲਕ ਪਰਮਾਤਮਾ ਨੇ। ਦੇਖੋ ਹਰ ਜਿਹੜੇ ਚਿੜੀਆਂ ਦੇਖ ਲਓ, ਮੱਛੀਆਂ ਦੇਖ ਲਓ, ਹਰੇਕ ਜਿਹੜਾ ਵੀ ਜਿਹੜਾ ਹੈਗਾ ਪਰਿੰਦੇ ਜਿਹੜੇ ਆਪਣੇ ਜਿਹੜੇ ਚਾਰ ਪੈਰ ਵਾਲੇ ਦੇਖ ਲਓ, ਇਨਸਾਨ ਦੇਖ ਲਓ, ਸਾਰੇ ਦੇ ਸਾਰੇ ਜਿਹੜੇ ਹੈਗੇ ਉਹਨਾਂ ਦੀ ਆਪਣੀ ਆਪਣੀ ਆਵਾਜ਼ ਹੈਗੀ ਭਾਈ। ਔਰ ਹਵਾ ਪਾਣੀ ਜਿਹੜਾ ਇਹਨਾਂ ਦੀ ਅਲੱਗ ਆਵਾਜ਼ ਹੈ। ਵਿਸਮਾਦ ਵੇਦ, ਵਿਸਮਾਦ ਹੀ ਕਹਿੰਦੇ ਆ ਵੇਦ ਹੈਗੇ ਤੇਰੇ, ਹੈਰਾਨੀਜਨਕ ਤੇਰੇ ਜਿਹੜੇ ਹੈਗੇ ਆਸ਼ਚਰਜਨਕ ਹੈਗੇ ਤੇਰਾ ਗਿਆਨ। ਦੁਨੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਗਿਆਨ ਪਿਆ ਹੋਇਆ। ਵਿਸਮਾਦ ਜੀ, ਵਿਸਮਾਦ ਭੇਦ। ਔਰ ਇੰਨੇ ਕਿਸਮ ਦੇ ਜੀ ਹੈਗੇ ਆ, ਔਰ ਉਹਨਾਂ ਦੇ ਇੰਨੇ ਭੇਦ, ਡਿਫਰੈਂਟ ਕਾਇੰਡ, 84 ਲੱਖ ਜੂਨਾਂ ਹੈਗੀਆਂ ਦੇਖ ਲਓ। ਔਰ ਕਿੰਨੇ ਕਿੰਨੇ ਕਿਸਮ ਦੇ ਨਾਮਦੇਵ ਜੀ ਕਹਿੰਦੇ 42 ਲੱਖ ਜੀਵ ਜਲਮੇ ਹੋਤੇ। 42 ਲੱਖ ਧਰਤੀ ਤੇ 84 ਲੱਖ ਸਪੀਸੀਸ ਹੈਗੀਆਂ। ਵਿਸਮਾਦ ਰੂਪ, ਵਿਸਮਾਦ ਰੰਗ, ਔਰ ਅਨੇਕਾਂ ਹੀ ਜਿਹੜੇ ਹੈਗੇ ਤਰ੍ਹਾਂ ਤਰ੍ਹਾਂ ਦੇ ਸੁੰਦਰ ਤੋਂ ਸੁੰਦਰ ਜਿਹੜੇ ਪਰਿੰਦੇ, ਸੁੰਦਰ ਤੋਂ ਸੁੰਦਰ ਇਨਸਾਨ, ਸੁੰਦਰ ਤੋਂ ਸੁੰਦਰ ਹਰ ਇੱਕ ਮੱਛੀਆਂ, ਹਰ ਚੀਜ਼ ਜਿਹੜੀ ਹੈ ਮਾਲਕ ਨੇ ਕਿੰਨਾ ਸੋਹਣੇ ਤੋਂ ਸੋਹਣਾ ਰੂਪ ਦਿੱਤਾ ਹੈ। ਔਰ ਪ੍ਰਕਿਰਤੀ ਕੁਦਰਤ ਨੂੰ ਕਿੰਨਾ ਸੋਹਣਾ ਸੰਵਾਰ ਕੇ ਰੱਖਿਆ ਮਾਲਕ ਨੇ। ਕਿੰਨੇ ਰੰਗ ਬਿਰੰਗੀ ਦੁਨੀਆ ਹੈਗੀ ਆ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ। ਔਰ ਦੇਖੋ ਕੈਸੀ ਕੁਦਰਤ ਹੈ ਮਾਲਕ ਪਰਮਾਤਮਾ ਦੀ ਕਿ ਕਈ ਜੰਤ ਜਿਹੜੇ ਹੈਗੇ ਨਾ ਉਹਨਾਂ ਨੂੰ ਵਿਚਾਰੇ ਨੂੰ ਕੋਈ ਕੱਪੜਾ ਹੈ ਨਾ ਕੁਛ ਹੈਗਾ, ਸਰਦੀ ਗਰਮੀ ਬਰਸਾਤ, ਔਰ ਉਸੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਉਹਨਾਂ ਦੀ ਚਮੜੀ ਐਸੀ ਹੈ ਉਹਨਾਂ ਨੂੰ ਉਹਦੇ ਵਿੱਚ ਵੀ ਜੀਵਿਤ ਰਹਿ ਜਾਂਦੇ ਆ। ਬਰਫ਼ ਦੇ ਵਿੱਚ ਵੀ ਜਿਹੜਾ ਹੈਗਾ ਦੇਖੋ, ਉਹ
ਪੋਲ ਦੇ ਉੱਤੇ ਵੀ ਜਿਹੜੇ ਹੈਗੇ ਪੋਲਾਰ ਬੀਅਰ ਜਾਂ ਹੋਰ ਜਿਹੜੇ ਜਾਨਵਰ ਜਿਹੜੇ ਹੈਗੇ ਉਹ ਬਰਫ਼ 'ਚ ਹੀ ਰਹਿੰਦੇ ਆ। ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ ਵਿਸਮਾਦ ਪਾਣੀ। ਕਹਿੰਦੇ ਹੈਰਾਨੀ, ਇੰਨੀ ਹਵਾ, ਇੰਨੀ ਜਿਹੜੀ ਹੈਗੀ ਆ ਪਾਣੀ, ਇੰਨੇ ਕਿਸਮ, ਔਰ ਅੱਗ ਇੰਨੇ ਕਿਸਮ ਦੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਇੰਨੇ ਕਿਸਮ ਦੀ ਅੱਗ ਹੈਗੀ ਆ। ਗੁਰਕੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਜਰ ਸਾਹਿਬ, ਸਾਡੀ ਤੇ ਬੱਤੀ ਗਈ ਹੈ ਤੇ 8% ਬੈਟਰੀ ਹੈ। ਦੇਖੋ ਕਿੰਨੀ ਕਥਾ ਹੁੰਦੀ ਹੈ। ਕੋਈ ਗੱਲ ਨਹੀਂ। ਤੇ ਨਜਰ ਸਾਹਿਬ ਨਹੀਂ, ਆ ਗਈ ਬੱਤੀ, ਆ ਗਈ ਲਓ ਕਰ ਵੀ ਸਾਹਮਣੇ ਚਾਰਜ ਤੇ ਲਗਾ ਦੋ, ਚਾਰਜ। ਹਾਂਜੀ ਨਜਰ ਸਾਹਿਬ, ਦੇਖ ਲਓ, ਫਿਰ ਮਾਲਕ ਸੁਣਦਾ ਹੈ ਭਾਈ। ਹੋ ਗਿਆ ਮਸਲਾ ਕੁਦਰਤ ਨੂੰ। ਤੇ ਤੀਸਰੀ ਪੌੜੀ ਲੈ ਰਹੇ ਸੀ, ਅਸੀਂ ਸ਼ੁਰੂ ਕੀਤੀ ਸੀਗੀ ਇਹਦੇ ਵਿੱਚ। ਮੈਂ ਤੇ ਕਿਹਾ ਵਾਪਸ ਚੱਲੀਏ, ਹੁਣ ਕਹਿੰਦੇ ਆ ਕਿੱਥੇ ਆਏ ਆ। ਹਾਂ ਸ਼ੁਰੂ। ਮਸਾਂ ਤਾਂ ਬੱਚਿਆਂ ਨੂੰ ਮਿਲਿਆ ਬਾਹਰ ਨਿਕਲ। ਹਾਂਜੀ ਨਜਰ ਸਾਹਿਬ, ਕਰੋ ਚਾਲੂ ਪਲੀਜ਼। ਹਾਂ, ਇਹਦੇ ਵਿੱਚ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈਗਾ ਤੀਸਰੀ ਪੌੜੀ ਤੋਂ ਪਹਿਲਾਂ। ਤੇ ਮਹਾਰਾਜ ਕਹਿੰਦੇ ਆ ਕਿ ਹੈਰਾਨੀ, ਵਿਸਮਾਦ, ਇੰਨੀ ਹੈਰਾਨੀ ਹੁੰਦੀ ਹੈ ਕਿ ਵਿਸਮਾਦ ਨਾਦ, ਵਿਸਮਾਦ ਵੇਦ। ਕਿੰਨੇ ਕਿਸਮ ਦੇ ਨਾਦ ਹੈਗੇ ਆ ਦੁਨੀਆ ਦੇ ਵਿੱਚ, ਕਿੰਨੇ ਕਿਸਮ ਦੀਆਂ ਆਵਾਜ਼ਾਂ ਹੈਗੀਆਂ, ਕਿੰਨੇ ਕਿਸਮ ਦੇ ਸੰਗੀਤ ਹੈਗੇ ਆ, ਕਿੰਨੇ ਕਿਸਮ ਦਾ ਗਿਆਨ ਪਿਆ ਹੈ ਦੁਨੀਆ ਦੇ ਵਿੱਚ। ਹਰੇਕ ਧਰਮ ਦੇ ਵਿੱਚ ਹਰੇਕ ਟਾਈਪ ਦਾ ਗਿਆਨ ਅਵੇਲੇਬਲ ਹੈਗਾ। ਵਿਸਮਾਦ ਜੀ, ਵਿਸਮਾਦ ਵੇਦ, ਇੰਨੇ ਕਿਸਮ ਦੇ ਜੀ ਹੈਗੇ ਆ। ਦੇਖੋ, ਪਰਿੰਦੇ ਅਲੱਗ ਹੈ, 4 ਪੈਰ ਵਾਲੇ, ਧਰਤੀ 'ਤੇ ਅਲੱਗ ਹੈ, ਇਨਸਾਨ ਅਲੱਗ ਹੈ, ਔਰ ਹੋਰ ਜਿਹੜੇ ਹੈਗੇ ਦੇਖ ਲਓ ਸਾਰੇ ਜਿਹੜੇ ਹੈਗੇ ਮੱਛੀਆਂ, ਹੋਰ ਜਿਹੜੇ ਪਾਣੀ ਦੇ ਵਿੱਚ ਕਿੰਨੇ ਜੀਵ ਹੈ, ਕਿੰਨੇ ਡਾਊਨ ਪੂਰੇ ਜਿਹੜੇ ਹੈਗੇ ਸਮੁੰਦਰ ਦੀ ਤਲੀ 'ਤੇ ਵੀ ਜਿਹੜੇ ਜੀਵ ਰਹਿੰਦੇ ਇੰਨੇ ਪ੍ਰੈਸ਼ਰ ਦੇ ਵਿੱਚ। ਵਿਸਮਾਦ ਭੇਦ ਆ ਇਹਨਾਂ ਦੇ, ਕਿੰਨੇ ਕਿਸਮ ਦੇ ਭੇਦ ਆ ਜੀਵਾਂ ਦੇ। ਵਿਸਮਾਦ ਰੂਪ, ਵਿਸਮਾਦ ਰੰਗ। ਮਹਾਰਾਜ ਕਹਿੰਦੇ ਮੈਂ ਤਾਂ ਹੈਰਾਨ ਹੋ ਜਾਣਾ ਹੈ, ਇੰਨੇ ਰੂਪ, ਇੰਨਾ ਸੁੰਦਰ ਤੋਂ ਸੁੰਦਰ ਪਰਿੰਦੇ ਹੈਗੇ, ਸੁੰਦਰ ਤੋਂ ਸੁੰਦਰ ਇਨਸਾਨ ਹੈ, ਸੁੰਦਰ ਤੋਂ ਸੁੰਦਰ ਮੱਛੀਆਂ ਹੈ, ਹਰ ਚੀਜ਼। ਔਰ ਕਿੰਨੀ ਕੁਦਰਤ ਕਿੰਨੀ ਸੋਹਣੀ ਲੱਗਦੀ ਹੈ, ਕਿੰਨੀ ਸੀਨਰੀ ਹੈ, ਕਿੰਨਾ ਪਹਾੜ, ਪਾਣੀ ਸਾਰੇ। ਵਿਸਮਾਦ ਰੂਪ, ਵਿਸਮਾਦ ਰੰਗ, ਕਿੰਨੇ ਰੰਗ ਪਾਏ ਆ ਮਾਲਕ ਨੇ ਆਪਣੀ ਕੁਦਰਤ ਦੇ ਵਿੱਚ। ਵਿਸਮਾਦ ਨਾਂਗੇ ਫਿਰੇ ਜੰਤ, ਔਰ ਕਿੰਨੇ ਜੰਤ ਐਸੇ ਵੀ ਹੈਗੇ ਜਿਹੜੇ ਕਿ ਉਹਨਾਂ ਨੂੰ ਕੋਈ ਕੱਪੜੇ ਦੀ ਲੋੜ ਨਹੀਂ ਹੈ, ਉਹ ਨੰਗੇ ਹੀ ਘੁੰਮਦੇ ਆ ਪਾਏ। ਸਰਦੀ, ਗਰਮੀ, ਬਰਸਾਤ, ਪੂਰੇ ਦੇ ਪੂਰੀ ਠੰਡ ਦੇ ਵਿੱਚ ਜਿਹੜੇ ਆ ਪੂਰੇ ਉਸ ਤਰ੍ਹਾਂ ਹੀ ਰਹਿੰਦੇ ਆ। ਵਿਸਮਾਦ ਪੌਣ, ਵਿਸਮਾਦ ਪਾਣੀ। ਕਿੰਨੀ ਜਿਹੜੀ ਹੈਗੀ ਹਵਾ ਕਿਸ ਤਰੀਕੇ ਦੇ ਨਾਲ ਵਗਦੀ ਹੈ, ਤਰ੍ਹਾਂ ਦੇ ਉਹਦੇ ਤੋਂ ਹਵਾ, ਕਦੀ ਕਿੰਨੇ ਜ਼ੋਰ ਦੀ, ਕਦੀ ਘੱਟ, ਕਦੀ ਕਿਸ ਤਰ੍ਹਾਂ। ਔਰ ਕਿੰਨਾ ਪਾਣੀ ਦੇਖ ਲਓ ਕਿਸ ਤਰ੍ਹਾਂ ਜਿਹੜਾ ਹੈਗਾ ਮਹਾਰਾਜ ਨੇ ਸਮੁੰਦਰ ਬਣਾਇਆ। ਸਮੁੰਦਰ 'ਚੋਂ ਪੂਰਾ ਪਾਣੀ ਜਿਹੜਾ ਹੈਗਾ, ਕਿੰਨੇ ਟਨ ਪਾਣੀ ਬਦਲਾਂ ਦੇ 'ਚ ਆਉਂਦਾ ਹੈ, ਕਿੱਥੇ ਜਾਂਦਾ ਹੈ, ਕਿੱਥੇ ਵਰਦਾ ਹੈ, ਫਿਰ ਵਾਪਸ ਸਮੁੰਦਰ 'ਚ ਆ ਜਾਂਦਾ। ਵਿਸਮਾਦ ਅਗਨੀ ਖੇਡੇ ਵਿਡਾਣੀ, ਔਰ ਅੱਗ ਵੀ ਮਹਾਰਾਜ ਕਹਿੰਦੇ ਹੈਰਾਨੀ ਹੁੰਦੀ ਅੱਗ ਨੂੰ ਦੇਖ ਕੇ। ਸਮੁੰਦਰ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਭਾਈ, ਜੰਗਲ ਦੇ ਵਿੱਚ ਵੀ ਅੱਗ ਲੱਗ ਜਾਂਦੀ ਆ, ਔਰ ਲੱਕੜੀਆਂ ਨੂੰ ਵੀ ਅੱਗ ਲੱਗ ਜਾਂਦੀ ਆ। ਹੋਰ ਦੇਖ ਲਓ, ਪੈਟਰੋਲ ਵੀ ਹੈਗਾ, ਹੋਰ ਕਿ ਕੈਮੀਕਲ ਐਨਰਜੀ ਵੀ ਹੈਗੀ, ਸੋਲਰ ਐਨਰਜੀ ਵੀ ਹੈਗੀ, ਕਿੰਨੀ ਕਿਸਮ ਦੀ ਐਨਰਜੀ ਹੈਗੀ। ਪਾਣੀ ਤੋਂ ਵੀ ਐਨਰਜੀ ਮਿਲ ਜਾਂਦੀ ਹੈ ਭਾਈ। ਵਿਸਮਾਦ ਧਰਤੀ, ਵਿਸਮਾਦ ਖਾਣੀ। ਕਹਿੰਦੇ ਕਮਾਲ ਆ, ਧਰਤੀ ਜਿਹੜੀ ਹੈ ਮਾਲਕ ਪਰਮਾਤਮਾ ਨੇ ਐਸੀ ਧਰਤੀ ਬਣਾਈ ਹੋਈ ਆ, ਸਾਰੀ ਚੀਜ਼ ਜਿਹੜੀ ਹੈ ਸਾਂਭ ਲੈਂਦੀ ਹੈ, ਸਾਰੀ ਚੀਜ਼ ਉਤਪੱਤੀ ਕਰ ਦਿੰਦੀ ਹੈ ਧਰਤੀ ਜਿਹੜੀ ਹੈਗੀ। ਔਰ ਐਸੀ ਮਾਲਕ ਨੇ ਬਣਾਈ ਹੈ, ਇਹਦੀ ਫਰਟੀਲਿਟੀ ਖਤਮ ਹੀ ਨਹੀਂ ਹੁੰਦੀ, ਚੱਲੀ ਜਾ ਰਹੀ ਹੈ। ਵਿਸਮਾਦ ਖਾਣੀ, ਔਰ ਕਮਾਲ ਆ ਮਾਲਕ ਦੀਆਂ 4 ਖਾਣੀਆਂ। ਕਿਸ ਤਰ੍ਹਾਂ ਜਿਹੜਾ ਹੈਗਾ ਆਂਡਿਆਂ ਤੋਂ, ਜ਼ੇਰ ਤੋਂ ਜਿਹੜਾ ਹੈਗਾ, ਔਰ ਵੈਜੀਟੇਸ਼ਨ ਜਿਹੜੀ ਹੈਗੀ ਆ, ਔਰ ਹੁੱਸੜ ਤੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਅੰਡਜ, ਜੇਰਸ, ਸੇਤਜ, ਪਸੀਨੇ ਤੋਂ ਵੀ ਜੂਆਂ ਪੈਦਾ ਕਰ ਦਿੰਦਾ ਭਾਈ। ਕਿੰਨੀ ਵੈਜੀਟੇਸ਼ਨ ਹੈ ਦੇਖ ਲਓ, ਕਿਸ ਤਰ੍ਹਾਂ ਪੈਦਾ ਹੋ ਜਾਂਦੀ ਹੈ, ਕਿੱਥੋਂ ਇਹਦੇ ਬੀਜ ਆਉਂਦੇ, ਕਿਵੇਂ ਪੈਦਾ ਹੋ ਜਾਂਦੀ ਹੈ। ਵਿਸਮਾਦ ਸਾਧ ਲਗੇ ਪ੍ਰਾਣੀ, ਔਰ ਕਿੰਨੇ ਪ੍ਰਾਣੀ, ਕਿੰਨੇ ਸਵਾਦ ਪਾਏ ਆ ਮਾਲਕ ਪਰਮਾਤਮਾ ਨੇ, ਔਰ ਕਿਸ ਤਰ੍ਹਾਂ ਇਨਸਾਨ ਜਿਹੜਾ ਸਵਾਦਾਂ ਦੇ ਵਿੱਚ ਗੁੰਮ ਹੋ ਜਾਂਦਾ ਹੈ।
ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਵਿਸਮਾਦ ਦੇ ਨਾਲ ਦੇਖ ਲਓ ਸਰੀਰ ਤੇ ਆਤਮਾ ਦਾ ਸੰਜੋਗ ਹੈ ਵਿਸਮਾਦ ਦੇ ਨਾਲ। ਵਿਸਮਾਦ ਹੀ ਹੈ ਭਾਈ। ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਪਰਿਵਾਰ ਲੱਭ ਜਾਂਦਾ ਹੈ, ਪਰਿਵਾਰ ਫਿਰ ਵਿਛੜ ਜਾਂਦਾ ਹੈ। ਵਿਸਮਾਦ ਵਿਜੋਗ, ਵਿਸਮਾਦ ਹੀ ਹੈ ਵੀ ਹੈਰਾਨੀਜਨਕ ਆ ਵੀ ਇਹਦੇ ਵਿੱਚੋਂ ਹੀ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਦੇ ਨਾਲ ਵੀ ਸੰਜੋਗ ਕਰ ਸਕਦੇ ਹਾਂ, ਨਿਕਲ ਵੀ ਸਕਦੇ ਹਾਂ। ਵਿਸਮਾਦ ਭੁੱਖ, ਵਿਸਮਾਦ ਭੋਗ। ਕਿਸ ਤਰ੍ਹਾਂ ਪੇਟ ਨੂੰ ਭੁੱਖ ਲੱਗਦੀ ਆ, ਕਿਸ ਤਰ੍ਹਾਂ ਜਿਹੜਾ ਹੈਗਾ ਹਰ ਤਰ੍ਹਾਂ ਦੀ ਜਿਹੜੀ ਇਨਸਾਨ ਨੂੰ ਭੁੱਖ ਲੱਗਦੀ ਆ ਭਾਈ। ਔਰ ਦੁਨੀਆ ਦੇ ਪਦਾਰਥ ਭੋਗਦਾ ਹੈ, ਕਹਿੰਦੇ ਕਿੰਨੇ ਤਰ੍ਹਾਂ ਦੇ ਪਦਾਰਥ ਪਏ ਹੋਏ। ਵਿਸਮਾਦ ਸਿਫਤ, ਵਿਸਮਾਦ ਸਲਾਹ। ਕਹਿੰਦੇ ਹੈਰਾਨੀਜਨਕ ਕਹਿੰਦੇ ਬਈ ਪਰਮਾਤਮਾ ਜਿਹੜੇ ਉਹਦੀ ਸਿਫਤ ਸਲਾਹ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਹੈਗਾ ਇਸ ਗੇਮ 'ਚੋਂ ਬਾਹਰ ਹੋ ਸਕਦੇ ਹਾਂ। ਵਿਸਮਾਦ ਉੱਜੜ, ਵਿਸਮਾਦ ਰਾਹ। ਔਰ ਮਾਲਕ ਨੇ ਦੋ ਰਸਤੇ ਬਣਾਏ ਆ। ਉੱਜੜ ਪਈ ਹੈ ਦੁਨੀਆ ਸਾਰੀ ਭੋਗਾਂ ਵਿਲਾਸਾਂ ਦੇ ਵਿੱਚ ਹੀ, ਜਿਹੜੀ ਮਾਇਆ ਦੇ ਵਿੱਚ ਖਚਤ ਹੈਗੀ ਆ। ਕਈ ਜਿਹੜੇ ਹੈਗੇ ਉਹ ਜਿਹੜੇ ਹੈਗੇ ਟਾਵੇਂ ਜਿਹੜੇ ਹੈਗੇ ਉਹ ਰਸਤੇ ਦੇ ਉੱਤੇ ਆ, ਸਹੀ ਰਸਤੇ 'ਤੇ ਤੁਰ ਰਹੇ ਆ, ਭਗਤੀ ਵਾਲੇ ਰਸਤੇ 'ਤੇ, ਨਿਕਲਣ ਵਾਲੇ ਰਸਤੇ ਦੇ ਉੱਤੇ। ਇਹ ਮਾਲਕ ਪਰਮਾਤਮਾ ਦੋਨੋਂ ਦੇ ਦੋਨੋਂ। ਔਜੜੇ ਵੀ ਪਾਉਣ ਵਾਲਾ ਵੀ ਕਹਿੰਦੇ ਹੈਰਾਨ ਆ ਬਈ ਤੇਰਾ ਔਜੜੇ ਪਾਉਣ ਵਾਲੀ ਦੁਨੀਆ ਸਾਰੀ ਔਜੜੇ ਪਾਈ ਹੋਈ ਹੈ। ਔਰ ਜਿਹੜੇ ਕਈ ਜਿਹੜੇ ਰਸਤੇ ਦੇ ਉੱਤੇ ਵੀ ਹੈਗੇ। ਵਿਸਮਾਦ ਨੇੜਾ ਹੈ, ਵਿਸਮਾਦ ਦੂਰ। ਔਰ ਸਾਰਿਆਂ ਦੇ ਨੇੜੇ ਹੈਗਾ, ਸਾਰਿਆਂ ਦੇ ਅੰਦਰ ਹੈਗਾ, ਔਰ ਸਾਰਿਆਂ ਤੋਂ ਦੂਰ ਹੈਗਾ, ਗੁਪਤ ਹੈਗਾ ਆ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਔਰ ਕਈ ਜਿਹੜੇ ਹੈਗੇ ਦੇਖਦੇ ਆ ਭਾਈ। ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਔਰ ਮਾਲਕ ਜਿਹੜਾ ਆਪ ਜਿਹੜਾ ਹੈਗਾ ਸਾਰਿਆਂ ਨੂੰ ਦੇਖ ਰਿਹਾ ਹੈ, ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਹਾਜ਼ਰਾ ਹਜ਼ੂਰ ਹੈ, ਇੱਕ ਹਰਕਤ ਨੂੰ ਦੇਖ ਰਿਹਾ ਹੈ ਮਾਲਕ ਪਰਮਾਤਮਾ। ਵੇਖ ਵਿਡਾਣ ਰਿਹਾ ਵਿਸਮਾਦ। ਕਹਿੰਦੇ ਮੈਂ ਤਾਂ ਤੇਰਾ ਇਹ ਖੇਡ ਜਿਹੜੀ ਆ, ਤੇਰਾ ਤਮਾਸ਼ਾ ਜਿਹੜਾ ਹੈਗਾ ਦੇਖ ਕੇ ਕਹਿੰਦੇ ਮੈਂ ਤਾਂ ਬਹੁਤ ਹੀ ਹੈਰਾਨ ਹੋ ਗਿਆ। ਨਾਨਕ ਬੁੱਝਣ ਪੂਰਾ ਭਾਗ। ਕਹਿੰਦੇ ਇਹ ਖੇਡ 'ਚੋਂ, ਤਮਾਸ਼ੇ 'ਚੋਂ ਤੈਨੂੰ ਬੁੱਝਣਾ ਜਿਹੜਾ ਹੈਗਾ, ਜਿਹੜਾ ਬੁੱਝ ਲੈਂਦਾ ਹੈ ਕਹਿੰਦੇ ਉਹਦੇ ਤਾਂ ਪੂਰੇ ਭਾਗ ਹੈਗੇ, ਜਾਗ ਜਾਂਦੇ ਆ ਭਾਈ। ਪੂਰੀ ਕਿਸਮਤ ਭਾਗਾਂ ਵਾਲਾ ਹੋ ਜਾਂਦਾ ਹੈ ਉਹ ਇਨਸਾਨ ਜਿਹੜਾ ਤੈਨੂੰ ਬੁੱਝ ਲੈਂਦਾ ਹੈ। ਹਾਂਜੀ ਵੀਰ ਜੀ। ਤੁਹਾਡੀ ਆਵਾਜ਼ ਘੱਟ ਗਈ। ਤੁਹਾਡੀ ਆਵਾਜ਼ ਘੱਟ ਹੈ ਗੁਰਕੀ ਸਾਹਿਬ। ਨਹੀਂ, ਬਹੁਤ। एक सेकंड ठहर जाओ, 1 सेकंड ठहरो फिर जरा ना 1 सेकंड ठहरना जी। ठीक है आवाज बिल्कुल। हाँ जी चलो ठीक है जी। मेरा स्पीकर नहीं सीगा। हाँ जी गोरकी साहब। वो रिकॉर्ड मसला ठीक है होना। हाँ जी ठीक है जी। क्योंकि रिकॉर्ड देखो साध संगत जी ਜਿਹੜੀ ਗੱਲ ਆਪਾਂ ਬਾਰ-ਬਾਰ ਜ਼ਿਕਰ ਕਰਦੇ ਆਂ, ਦੇਖੋ ਜਦ ਤੱਕ ਤੁਸੀਂ ਪ੍ਰਕਿਰਤੀ ਦੀ ਗੱਲ ਨਹੀਂ ਕਰੋਗੇ, ਉਸ ਸ਼ਕਤੀ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਬਾਰੇ ਗੱਲ ਨਹੀਂ ਕਰੋਗੇ, ਤੁਹਾਡੇ ਮਨ ਨੇ ਐਕਸੈਪਟ ਨਹੀਂ ਕਰਨਾ। ਉਹ ਕਹਿ ਰਹੇ ਨੇ ਕਿ ਇਹ ਰੰਗ ਇਹ ਕਿੰਨੇ ਬਣਾਏ ਨੇ, ਔਰ ਜਿੰਨੇ ਵੀ ਬਣਾਏ ਨੇ ਬਹੁਤ ਹੀ ਜ਼ਬਰਦਸਤ। ਦੇਖੋ ਆਪ ਆਪਣੇ ਹੱਥਾਂ ਦਾ ਡਿਜ਼ਾਈਨ ਦੇਖੋ, ਆਪ ਆਪਣੇ ਦੰਦਾਂ ਦਾ ਡਿਜ਼ਾਈਨ ਦੇਖੋ, ਆਪ ਆਪਣੀਆਂ ਅੱਖਾਂ ਦਾ ਡਿਜ਼ਾਈਨ ਦੇਖੋ, ਆਪ ਦੇਖੋ ਕਿ ਇਹ ਵਾਲ ਤੁਹਾਡੇ ਦਾੜੀ ਤੇ ਲੱਗੇ ਨੇ, ਔਰਤ ਨੂੰ ਬਿਨਾਂ ਦਾੜੀ ਤੋਂ ਪੈਦਾ ਕੀਤਾ ਹੈ। ਉਹ ਵੱਖਰੀ ਗੱਲ ਹੈ, ਕਿਸੇ ਲੇਡੀਜ਼ ਦੇ ਵਿੱਚ ਹਾਰਮੋਨ ਬੈਲੈਂਸ ਥੋੜਾ ਜਿਹਾ ਉਹ ਖਰਾਬ ਹੋ ਜਾਂਦਾ ਹੈ ਤੇ ਉਸ ਕਰਕੇ ਉਹਨੂੰ ਦਾੜੀ ਆਉਂਦੀ ਆ। ਅਦਰਵਾਈਜ਼ ਲੇਡੀਜ਼ ਨੂੰ ਦਾੜੀ ਤੋਂ ਬਿਨਾਂ ਬਣਾਇਆ। ਜਿਹੜਾ ਮੇਲ ਆ ਉਹਦਾ ਵੱਖਰਾ ਰੂਪ ਆ, ਜਿਹੜਾ ਫੀਮੇਲ ਆ ਉਹਦਾ ਵੱਖਰਾ ਰੂਪ ਆ। ਇਹ ਕੁਦਰਤ ਦੀ ਬਣਾਈ ਹੋਈ ਹਰ ਇੱਕ ਚੀਜ਼ ਆ। ਅੱਜ ਅਸੀਂ ਇੰਨੀ ਹਾਈਟ ਤੇ ਆਏ ਆ ਨਿੱਜਰ ਸਾਹਿਬ, ਤੇ ਇੱਥੇ ਮੈਂ ਇੱਕ ਚਰਚ ਵੇਖਿਆ, ਉਹ 1865 ਦਾ ਹੈ ਚਰਚ। ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਬਹੁਤ ਮਸ਼ੀਨਾਂ ਨੇ, ਗੱਡੀਆਂ ਨੇ, ਬਹੁਤ ਜ਼ਬਰਦਸਤ ਕਾਰਾਂ ਨੇ, ਤੇ ਅਸੀਂ ਇੱਥੇ ਪਹੁੰਚ ਗਏ।
ਮੈਂ ਹੈਰਾਨ ਹੁੰਦਾ ਨਿੱਜਰ ਸਾਹਿਬ, ਗੋਰੇ ਪਤਾ ਨਹੀਂ ਕਿੱਦਾਂ ਇੱਥੇ ਆ ਗਏ। ਗੋਰਿਆਂ ਦਾ ਚਰਚ ਆਪ ਇੰਨੀ ਹਾਈਟ ਤੇ ਵੇਖੋ, ਮੈਂ ਹੈਰਾਨ ਹੁੰਦਾ ਕਿ ਉਹਨਾਂ ਨੇ ਬਹੁਤ ਡਿਸਕਵਰੀ ਕੀਤੀ ਹੈ ਗੋਰਿਆਂ ਨੇ। ਉਹ ਡਿਸਕਵਰ ਕਰ ਗਏ ਨੇ, ਰਸਤੇ ਬਣਾ ਗਏ ਸਾਨੂੰ ਦੇ ਕੇ। ਆਵਾਜ਼ ਬੰਦ ਹੋ ਗਈ ਤੁਹਾਡੀ। ਅਸੀਂ ਤੇ ਬਣੇ ਤੁਹਾਡਾ ਨੈਟ ਨਹੀਂ ਸਹੀ ਆ ਰਿਹਾ। ਨੈਟ ਸਹੀ ਨੈਟ ਸਹੀ ਨਹੀਂ ਹੈਗਾ ਗੋਰਖੀ ਸਾਹਿਬ। ਮੈਂ ਇਹ ਦੇਖ ਰਿਹਾ ਹਾਂਜੀ ਜੀ, ਮੈਂ ਦੇਖ ਰਿਹਾ ਕਿ ਕੁਦਰਤ ਨੂੰ ਰੱਬ ਨੇ ਸ਼ਿੰਗਾਰਿਆ ਹੋਇਆ ਹੈ। सर जी नेटवर्क प्रॉब्लम है, थोड़ा आसे पासे होके देखो जी। ਪਹਿਲਾ ਨੈਟਵਰਕ ਠੀਕ ਸੀਗਾ। ਨਹੀਂ ਉਹੀ ਨੈਟਵਰਕ ਹੈਗਾ, ਹੁਣ ਪਤਾ ਨਹੀਂ ਸਿਗਨਲ ਵੀਕ ਹੋ ਜਾਂਦਾ ਹੈ। ਸਾਡੇ ਗੋਰਖੀ ਸਾਹਿਬ ਤੁਹਾਡਾ ਨੈਟਵਰਕ ਸਹੀ ਨਹੀਂ ਹੈਗਾ ਤੇ ਬੈਠੇ ਬੈਠੇ ਬੋਰ ਹੋ ਜਾਂਦੇ ਨੇ। ਲਓ ਜੀ 200 ਕਿਲੋਮੀਟਰ ਦੂਰ ਆ। ਤੁਹਾਡਾ ਨੈਟਵਰਕ ਸਹੀ ਨਹੀਂ ਹੈਗਾ ਜੀ। ਇੱਥੇ ਘੁੰਮ ਫਿਰ ਜੋ ਕੀ ਨਾ ਜਗ੍ਹਾ ਦਾ ਗੋਰਖੀ ਸਾਹਿਬ ਜੀ, ਗੋਰਖੀ ਸਾਹਿਬ ਡਲਹੌਜੀ ਤੇ ਜਿਹੜਾ ਆਪਾਂ ਜਿਹੜੇ ਹੈਗੇ ਨਾ, ਨੈਟਵਰਕ ਸਹੀ ਨਹੀਂ ਹੈਗਾ ਤੁਹਾਡਾ। ਆਵਾਜ਼ ਨਹੀਂ ਆ ਰਹੀ ਤੁਹਾਡੀ, ਕੱਟ ਜਾਂਦੀ ਆਵਾਜ਼। पटनी टॉप तो नहीं गए? पटनी टॉप ਹਾਂ ਨਿੱਜਰ ਸਾਹਿਬ ਡਲਹੌਜੀ ਹੈਗੀ ਹੈ ਤੇ ਪਹਾੜ ਇੰਨੇ ਉੱਚੇ ਪਹਾੜ ਚੜੀ ਜਾਂਦੀ ਗੱਡੀ ਚੜੀ ਜਾਂਦੀ ਪਤਾ ਹੀ ਨਹੀਂ ਕਿੰਨੀ ਕੁ ਗੱਡੀ ਉੱਪਰ ਚੜ ਗਈ। ਮਾਸਾ नेटवर्क काफी प्रॉब्लम है फिर। हाँ नेटवर्क मैं देखता फिर। हाँ जी हाँ जी साहब आप कंटिन्यू करो, मैं थल्ले हाँ जी मैं थल्ले जाना रूम च होगी 11% मैं थल्ले जाता जी। ओके साहब थोड़ी कथा करो। हाँ जी नो प्रॉब्लम जी, नो प्रॉब्लम। ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਦ ਉਸ ਮਾਲਕ ਪਰਮਾਤਮਾ ਦੀ ਕੁਦਰਤ ਜਿਹੜੀ ਹੈਗੀ ਆ ਉਹੀ ਇੰਨੀ ਵਿਸਮਾਦ ਕਰਨ ਵਾਲੀ ਹੈਗੀ ਆ ਭਾਈ, ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਿਹੋ ਜਿਹਾ ਹੋਊਗਾ, ਆਪਣੀ ਆਤਮਾ ਕਿਹੋ ਜਿਹੀ ਹੋਏਗੀ ਭਾਈ, ਜਿਹੜੀ ਸੱਚ ਹੈਗੀ, ਜਿਹੜੀ ਸੱਚਾਈ ਹੈ ਪੂਰੀ। ਜੇ ਬਾਕੀ ਤਾਂ ਆ ਜਿਹੜੀ ਉਹਦੀ ਰਚਨਾ ਜਿਹੜੀ ਹੈਗੀ ਆ, ਜਿਹੜੀ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਫੈਬਰੀਕੇਟਡ ਆ, ਮਾਲਕ ਨੇ ਬਣਾਈ ਹੋਈ ਰਚਨਾ ਹੈਗੀ, ਉਹ ਰਚਨਾ ਜਿਹੜੀ ਹੈਗੀ ਇਨਸਾਨ ਨੂੰ ਨਿਕਲ ਨਹੀਂ ਦਿੰਦੀ, ਮਨ ਮੋਹ ਲੈਂਦੀ ਹੈ ਭਾਈ। ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਅਸਲੀ ਜਿਹੜਾ ਹੈਗਾ ਮਾਲਕ ਪਰਮਾਤਮਾ ਉਹ ਕਿਹੋ ਜਿਹਾ ਹੋਊਗਾ। ਇਹ ਉਹਦੀ ਰਚਨਾ ਤੋਂ ਜਿਹੜਾ ਹੈਗਾ, ਇਹ ਉਹਦਾ ਜਿਹੜਾ ਚਿੱਤਰ ਹੈਗਾ, ਇਹਦੇ ਵਿੱਚੋਂ ਜਿਹੜਾ ਹੈਗਾ ਚਿੱਤਰਕਾਰ ਕਿਹੋ ਜਿਹਾ ਹੋਊਗਾ, ਜਦ ਉਹਦੀ ਜਿਹੜੀ ਹੈ ਚਿੱਤਰਕਾਰੀ ਇੰਨੀ ਸੋਹਣੀ ਹੈ ਉਸ ਮਾਲਕ ਪਰਮਾਤਮਾ ਦੀ। ਗੁਰਸ਼ਰਨ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ। ਹਾਂਜੀ ਸੰਗਤ ਜੀ, ਇਹਦੇ ਵਿੱਚ ਜੋ ਪ੍ਰਮਾਤਮਾ ਨੇ ਕੁਦਰਤ ਬਣਾਈ ਆ ਉਹਦੀ ਤਾਰੀਫ ਕੀਤੀ ਹੋਈ ਆ ਵੀ ਉਹ ਵੀ ਇੰਨੀ ਸੋਹਣੀ ਆ, ਇੰਨੇ ਰੰਗ ਆ, ਇੰਨੀ ਮਨ ਭਾਉਂਦੀ ਆ ਕਿ ਉਹ ਬਿਆਨ ਤੋਂ ਬਾਹਰ ਹੈਗਾ। ਤੇ ਅਗਰ ਉਹਦੀ ਬਣਾਈ ਹੋਈ ਚੀਜ਼ ਇੰਨੀ ਅਦਭੁਤ ਆ ਕਿ ਜਿਹੜੀ ਅਸੀਂ ਸਮਝ ਹੀ ਨਹੀਂ ਸਕਦੇ, ਤੇ ਉਹ ਪ੍ਰਮਾਤਮਾ ਕਿਹੋ ਜਿਹਾ ਹੋਏਗਾ। ਲੇਕਿਨ ਇਹ ਵੀ ਉਪਦੇਸ਼ ਹੈ ਕਿ
ਇਹ ਜੋ ਪ੍ਰਮਾਤਮਾ ਨੇ ਮੂਰਤ ਸੂਰਤ ਤੇ ਸਾਰਾ ਕੁਝ ਬਣਾਇਆ ਹੈਗਾ, ਜਦੋਂ ਉਹ ਇੰਨਾ ਸੋਹਣਾ ਵੀ ਇਹ ਜੀ ਤੂੰ ਇਹਦੇ ਚ ਫਸਣਾ ਨਹੀਂ ਹੈਗਾ। ਇਹ ਬਣਾਉਣ ਵਾਲਾ ਜਿਹੜਾ ਹੈਗਾ ਕਾਰੀਗਰ, ਉਹ ਕਿਹੋ ਜਿਹਾ ਹੋਏਗਾ, ਕਿਹੋ ਜਿਹੀ ਉਹਦੇ ਵਿੱਚ ਮਤਲਬ ਸ਼ਕਤੀ ਹੋਏਗੀ, ਔਰ ਕਿਹੋ ਜਿਹਾ ਉਹ ਹੋਏਗਾ, ਤੂੰ ਉਹਦੇ ਵਿੱਚ ਜਾਣਨ ਦੀ ਤੈਨੂੰ ਉਹ ਭੁੱਖ ਪਿਆਸ ਉਹ ਪੈਦਾ ਹੋਣੀ ਚਾਹੀਦੀ ਆ। ਤੋ ਬਾਣੀ ਕਹਿੰਦੀ ਵੀ ਹੈ, ਚਿੱਤਰ ਵਿਚਿੱਤਰ ਇਹ ਵਿਚੇਰਾ ਤਾਂ ਚਿੱਤਰੇ ਚਿਤਰਾਕਸ਼ ਤੇਰਾ। ਬਿਲਕੁਲ, ਵੀ ਇਹਦੇ ਵਿੱਚ ਫਸਣਾ ਨਹੀਂ ਹੈਗਾ। ਇਹ ਜੋ ਸੋਹਣਾ ਹੈਗਾ ਵਿਸ਼ਵਾਸ ਹੋ ਕੇ ਇਸ ਨੂੰ ਚਿੰਬੜਨਾ ਨਹੀਂ ਹੈ, ਇਹਦੇ ਨਾਲ ਮੋਹ ਨਹੀਂ ਕਰਨਾ ਹੈਗਾ। ਮੋਹ ਜਿਹਨੇ ਇਸ ਨੂੰ ਬਣਾਇਆ ਹੈਗਾ, ਤੂੰ ਉਸ ਨਾਲ ਪ੍ਰੇਮ ਕਰਨਾ, ਉਹਦੀ ਭੁੱਖ ਕਰਨੀ ਆ, ਉਹਨੂੰ ਜਾਣਨਾ, ਉਹਨੂੰ ਬੁੱਝਣਾ ਹੈਗਾ। ਤੋ ਇਹਦੇ ਵਿੱਚ ਅਖੀਰ ਤੇ ਜਾ ਕੇ ਇਹੀ ਦੇਖਿਆ ਹੈਗਾ ਕਿ ਨਾਨਕ ਬੁੱਝਣ ਪੂਰੇ ਭਾਗ। ਵੀ ਇਹ ਤੂੰ ਹੁਣ ਮਤਲਬ ਕੁਦਰਤ ਨੂੰ ਨਹੀਂ ਬੁੱਝ ਸਕਦਾ, ਤੈਨੂੰ ਬੁੱਝਣ ਦੀ ਲੋੜ ਵੀ ਨਹੀਂ ਹੈਗੀ, ਕਿਉਂਕਿ ਤੂੰ ਬੁੱਝ ਹੀ ਨਹੀਂ ਸਕਦਾ ਹੈਗਾ। ਤੂੰ ਕੀ ਬੁੱਝ ਸਕਦਾਗਾ? ਉਹ ਪਰਮਾਤਮਾ ਦੇ ਬਾਰੇ, ਪਰਮਾਤਮਾ ਨੂੰ ਜਾਣ ਤਾਂ ਨਹੀਂ ਸਕਦਾ, ਲੇਕਿਨ ਅਗਰ ਪਰਮਾਤਮਾ ਦੇ ਗਿਆਨ ਦੇ ਅਨੁਸਾਰ ਤੂੰ ਚੱਲੇਗਾ ਤੇ ਤੇਰੇ ਭਾਗ ਬਣ ਜਾਣਗੇ। ਜਿਸ ਕੰਮ ਵਾਸਤੇ ਆਏਗਾ ਤੈਨੂੰ ਪਤਾ ਲੱਗ ਜਾਏਗਾ ਕਿ ਪਰਮਾਤਮਾ ਨੇ ਤੈਨੂੰ ਕੁਦਰਤ ਨਾਲੋਂ ਥੋੜਾ ਅਲੱਗ ਪੈਦਾ ਕੀਤਾ ਹੈ, ਤੈਨੂੰ ਦਿਮਾਗ ਦਿੱਤਾ ਹੈ, ਤੈਨੂੰ ਰਾਹ ਦਿੱਤੇ ਆ, ਤੂੰ ਦਿਮਾਗ ਦੇ ਨਾਲ ਚੱਲ ਸਕਦਾ ਹੈਗਾ, ਤੂੰ ਸਮਝ ਸਕਦਾ, ਤੂੰ ਉਹਦਾ ਆਪਦੇ ਦਿਮਾਗ ਦਾ, ਆਪਦੇ ਬੁੱਧੀ ਦਾ, ਔਰ ਇਸ ਜੋ ਸਰੀਰ ਰੱਬ ਦਾ ਹੈਗਾ ਤੁਹਾਨੂੰ ਦਿੱਤਾ, ਇਸ ਦਾ ਉਪਯੋਗ ਕਰਕੇ ਤੇ ਤੂੰ ਜੋ ਵੀ ਬ੍ਰਹਮ ਗਿਆਨੀਆਂ ਨੇ ਰੱਬ ਦਾ ਸੰਦੇਸ਼ ਦਿੱਤਾ ਹੈ, ਉਹਦੇ ਅਨੁਸਾਰ ਜੀਵਨ ਵਧਾਉਣਾ। ਤੇ ਇਹ ਕੁਦਰਤ ਵਿੱਚ ਫਸ ਕੇ ਨਹੀਂ ਰਹਿਣਾਗਾ। ਇਹ ਜੋ ਜਿਸਨੇ ਕੁਦਰਤ ਬਣਾਈ ਹੈ, ਤੂੰ ਉਹਦਾ ਹੁਕਮ ਮੰਨਣਾ ਹੈ ਬਸ। ਜਿਵੇਂ ਹੁਕਮ ਬ੍ਰਹਮ ਗਿਆਨੀ ਨੇ ਦਿੱਤਾ, ਉਸ ਹੁਕਮ ਅਨੁਸਾਰ ਤੂੰ ਜੀਵਨ ਬਤੀਤ ਕਰਕੇ ਆਪਣੇ ਵੱਡੇ ਭਾਗ ਬਣਾ ਕੇ ਤੇ ਆਪਣੇ ਆਪ ਨੂੰ ਤਾਂ ਬੁੱਝਣਾ ਹੈ ਬਸ ਵੀ ਤੂੰ ਵੀ ਪ੍ਰਮਾਤਮਾ ਦਾ ਰੂਪ ਹੀ ਹੈ, ਔਰ ਤੇਰਾ ਘਰ ਵੀ ਰੱਬ ਦਾ ਘਰ ਹੀ ਹੈ। ਤੋ ਪਰਪਸ ਇਹੀ ਹੈ ਜ਼ਿੰਦਗੀ ਦਾ ਕਿ ਤੂੰ ਆਪਣੇ ਨਿੱਜ ਘਰ ਦੇ ਵਿੱਚ ਪ੍ਰਮਾਤਮਾ ਦੇ ਘਰ ਵਿੱਚ ਜਾਣਾ ਹੈ। ਹਾਂਜੀ ਵੀਰ ਜੀ। ਅੱਗੇ ਦੂਸਰਾ ਸ਼ਲੋਕ ਪਹਿਲੀ ਪਾਤਸ਼ਾਹੀ ਦਾ ਹੀ, ਮਹਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ। ਹਾਂਜੀ ਵੀਰ ਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ, ਠੀਕ ਆ ਰਹੀ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ। ਕਹਿੰਦੇ ਇਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਇਹ ਜੋ ਸ੍ਰਿਸ਼ਟੀ ਮਾਲਕ ਪਰਮਾਤਮਾ ਨੇ ਬਣਾਈ ਹੋਈ ਆ, ਇਸ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈਗਾ ਉਸ ਮਾਲਕ ਦੀ ਕੁਦਰਤ, ਮਾਲਕ ਦੀ ਬਣਾਈ ਹੋਈ ਸ੍ਰਿਸ਼ਟੀ ਹੈ। ਇਹਦੇ ਵਿੱਚ ਉਹ ਇਹ ਚਿੱਤਰ ਦੇ ਵਿੱਚ ਮਾਲਕ ਪਰਮਾਤਮਾ ਆਪ। ਤੁਹਾਡਾ ਨਾ ਵੀਰ ਜੀ ਮਾਈਕ ਬੰਦ ਕਰ ਦੇਣਾ, ਤੁਹਾਡਾ ਆਵਾਜ਼ ਹੀ ਕੱਟ ਗਈ। ਨਹੀਂ, ਮਾਈਕ ਬੰਦ ਕਰ ਦਿਓ, ਆਵਾਜ਼ ਆ ਰਹੀ ਤੁਹਾਡੀ। ਹਾਂਜੀ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ। ਇਹ ਪੂਰੀ ਕੁਦਰਤ ਦੇ ਵਿੱਚ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਦੇਖੋ ਕਿੰਨੇ ਤਰੀਕੇ ਦੇ, ਕਿੰਨੇ ਤਰ੍ਹਾਂ ਦਾ ਜਿਹੜਾ ਹੈਗਾ ਦ੍ਰਿਸ਼ ਹੈਗੇ ਮਾਲਕ ਪਰਮਾਤਮਾ ਦੇ ਬਣਾਏ ਹੋਏ, ਕਿੰਨੇ ਜੀਵ ਹੈਗੇ, ਔਰ ਉਹਦੀ ਕੁਦਰਤ ਦੇ ਵਿੱਚ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਜੋ ਕੁਛ ਵੀ ਸੁਣਦਾ ਹੈ ਸਾਰਾ ਆਪਾਂ ਨੂੰ, ਉਹ ਆਪਾਂ ਕੁਦਰਤ ਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਸੁਣ ਰਹੇ ਹਾਂ। ਆਪਾਂ ਉਸੇ ਨੇ ਜਿਹੜਾ ਹੈਗਾ ਉਹਦੀ ਸ਼ਕਤੀ ਦੇ ਨਾਲ, ਉਹਦੀ ਕਲਾ ਦੇ ਨਾਲ ਹੀ ਜਿਹੜੀ ਹੈਗੀ ਇਹ ਕੁਦਰਤ ਦੇ ਵਿੱਚੋਂ ਇੱਕ ਦੂਸਰੇ ਨੂੰ ਆਪਾਂ ਆਵਾਜ਼ਾਂ ਸੁਣਦੇ ਹਾਂ। ਕੁਦਰਤ ਭਾਉ ਸੁਖਸਾਰ। ਔਰ ਕੁਦਰਤ ਜਿਹੜੀ ਹੈਗੀ ਆ ਉਸ ਮਾਲਕ ਪਰਮਾਤਮਾ ਦੀ, ਇਸ ਕੁਦਰਤ ਦੇ ਵਿੱਚ ਜੇ ਆਪਾਂ ਉਸ ਮਾਲਕ ਪਰਮਾਤਮਾ ਦੇ ਭੈ ਦੇ ਵਿੱਚ ਰਵਾਂਗੇ, ਆਪਾਂ ਕੁਦਰਤ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਆਪਾਂ ਨੂੰ ਭੇਜਿਆ ਹੈ ਮਾਲਕ ਨੇ, ਧਰਤੀ ਦੇ ਉੱਤੇ ਭੇਜਿਆ ਹੈ। ਜੇ ਉਸ ਦੇ ਭੈ ਦੇ ਵਿੱਚ ਆਪਾਂ ਰਵਾਂਗੇ ਤੇ ਆਪਾਂ ਸੁੱਖ ਦੇ ਵਿੱਚ ਰਹਿ ਸਕਦੇ ਹਾਂ। ਕਹਿੰਦੇ ਸੁੱਖਾਂ ਦਾ ਸਾਰ ਹੈਗਾ ਬਈ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ, ਮਾਲਕ ਦੇ ਭੈ ਦੇ ਵਿੱਚ ਰਹਿਣਾ, ਆਪਣੇ ਆਪ ਨੂੰ ਇਕੱਲਾ ਨਹੀਂ ਸਮਝਣਾ। ਬਈ ਤੈਨੂੰ ਜਿਹੜਾ ਹੈਗਾ, ਤੇਰੀ ਆਤਮਾ ਜਿਹੜੀ ਹੈਗੀ
ਉਹ ਪਰਮਾਤਮਾ ਜਿਹੜਾ ਹੈਗਾ ਉਹਦਾ ਰੂਪ ਉਹ ਤੈਨੂੰ ਦੇਖ ਰਹੀ ਹੈ, ਉਹਦਾ ਅੰਸ਼ ਤੈਨੂੰ ਦੇਖ ਰਿਹਾ ਹੈ, ਤੂੰ ਇਕੱਲਾ ਨਹੀਂ ਹੈਗਾ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਪਤਾਲ ਦੇ ਵਿੱਚ ਦੇਖ ਲਓ ਕਿੰਨੇ, ਪਾਣੀ ਦੇ ਵਿੱਚ ਕਿੰਨੇ ਜੀਵ ਹੈਗੇ ਆ, ਔਰ ਕੁਦਰਤ ਆਕਾਸ਼ ਦੇ ਵਿੱਚ ਹਰ ਪਾਸੇ ਜਿਹੜਾ ਹੈਗਾ ਸਾਰਾ ਦਾ ਸਾਰਾ ਆਕਾਸ਼ ਔਰ ਪਤਾਲ, ਇਹਦੇ ਸਾਰੀ ਮਾਲਕ ਪਰਮਾਤਮਾ ਦੀ ਕੁਦਰਤ ਆ। ਸਾਰੇ ਆਕਾਰ ਜਿਹੜੇ ਹੈਗੇ ਕੁਦਰਤ ਸਰਬ ਆਕਾਰ, ਸਾਰੇ ਆਕਾਰ ਦੇ ਵਿੱਚੋਂ ਮਾਲਕ ਪਰਮਾਤਮਾ ਦੀ ਕੁਦਰਤ, ਜੋ ਵੀ ਉਸ ਮਾਲਕ ਪਰਮਾਤਮਾ ਦੀ ਹੀ ਕਲਾ ਆ, ਉਹਦੀ ਰਚਨਾ ਹੈਗੀ, ਉਹਦੀ ਪਾਵਰ ਆ। ਉਸੇ ਨੇ ਜਿਹੜਾ ਹੈਗਾ ਆਪਣੀ ਸ਼ਕਤੀ ਦੇ ਨਾਲ ਇਹ ਸਾਰੀ ਦੀ ਸਾਰੀ ਇਹ ਕੁਦਰਤ ਪੈਦਾ ਕੀਤੀ ਹੈ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਔਰ ਕਿੰਨਾ ਗਿਆਨ ਹੈਗਾ ਦੇਖੋ, ਤਰ੍ਹਾਂ ਤਰ੍ਹਾਂ ਦਾ, ਵੇਦਾਂ ਦਾ, ਪੁਰਾਣਾਂ ਦਾ, ਔਰ ਮੁਸਲਮਾਨੀ ਜਿਹੜੇ ਹੈਗੇ ਧਾਰਮਿਕ ਪੁਸਤਕਾਂ ਦਾ, ਇਹ ਸਾਰਾ ਗਿਆਨ ਉਸੇ ਮਾਲਕ ਪਰਮਾਤਮਾ ਦੀ ਕੁਦਰਤ ਆ, ਉਸੇ ਨੇ ਪੈਦਾ ਕੀਤਾ, ਉਸੇ ਤੋਂ ਆਇਆ ਆ। ਔਰ ਸਾਰੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਵਿਚਾਰ ਜਿਹੜੀ ਹੈਗੀ ਆ ਇਹ ਗਿਆਨ ਦੀ, ਇਹ ਵੀ ਸਾਰੀ ਉਸ ਮਾਲਕ ਪਰਮਾਤਮਾ ਦੀ ਹੀ ਕਲਾ ਹੈਗੀ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਔਰ ਤਰ੍ਹਾਂ ਤਰ੍ਹਾਂ ਦੇ ਕਿੰਨੇ ਖਾਣੇ ਆ, ਕਿੰਨੇ ਪੇਅ ਹੈਗੇ, ਪੀਣ ਵਾਲੀ ਚੀਜ਼ਾਂ, ਕਿੰਨੇ ਜਿਹੜੇ ਹੈਗੇ ਪਹਿਨਣ ਵਾਲੇ ਹੈਗੇ ਆ, ਇਹ ਸਾਰੇ ਮਾਲਕ ਪਰਮਾਤਮਾ। ਔਰ ਕਿੰਨਾ ਕਿਸ ਤਰ੍ਹਾਂ ਮਾਲਕ ਜਿਹੜਾ ਹੈਗਾ ਇੱਕ ਦੂਸਰੇ ਦੇ ਨਾਲ ਜੀਵ ਹੈਗੇ ਆ, ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਕਿਸ ਤਰ੍ਹਾਂ ਮਾਲਕ ਸਾਰਿਆਂ ਦੇ ਨਾਲ ਪਿਆਰ ਜਿਹੜਾ ਹੈਗਾ ਉਹ ਸਾਰਾ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਖਿੱਚ ਜਿਹੜੀ ਬਣਾਈ, ਮੋਹ ਬਣਾਇਆ, ਇਹ ਸਾਰਾ ਉਸ ਮਾਲਕ ਪਰਮਾਤਮਾ ਦੀ ਖੇਡ ਦਾ ਹਿੱਸਾ ਹੈਗਾ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕਿੰਨੀਆਂ ਜਾਤਾਂ ਦੇ ਕਿੰਨੀਆਂ ਜਿਨਸਾਂ ਹੈਗੀਆਂ, ਕਿੰਨੇ ਰੰਗ ਹੈਗੇ ਆ, ਕਿੰਨੇ ਜੀ ਹੈਗੇ ਇਸ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਔਰ ਮਾਲਕ ਪਰਮਾਤਮਾ ਦੀ ਖੇਡ ਦੇ ਵਿੱਚ ਕੋਈ ਨੇਕੀ ਵੀ ਕਰਦਾ ਹੈ, ਕੋਈ ਬਦੀ ਕਰਦਾ ਹੈ, ਕੋਈ ਮਾੜੇ ਕੰਮ ਕਰਦਾ ਹੈ, ਕੋਈ ਚੰਗੇ ਕੰਮ ਕਰਦਾ ਹੈ। ਉਸ ਮਾਲਕ ਪਰਮਾਤਮਾ ਦੀ ਕੁਦਰਤ ਜਿਹੜੀ ਹੈ ਡੁਐਲਿਟੀ ਦੇ ਵਿੱਚ, ਦੋ ਦੇ ਵਿੱਚ ਚੱਲਦੀ ਹੈ ਭਾਈ। ਦੁੱਖ ਸੁੱਖ, ਰੋਗ ਨਿਰੋਗ, ਰਾਤ ਦਿਨ, ਹਰੇਕ ਚੀਜ਼, ਠੰਡੀ ਗਰਮੀ, ਹਰ ਚੀਜ਼ ਡੁਐਲਿਟੀ ਦੇ ਵਿੱਚ ਆ ਉਸ ਮਾਲਕ ਪਰਮਾਤਮਾ ਦੀ। ਨੇਕੀ ਕਰ ਲਓ, ਬਦੀ ਕਰ ਲਓ। ਕੁਦਰਤ ਮਾਨ, ਕੋਈ ਮਾਨ ਦੇ ਵਿੱਚ ਆ, ਕੋਈ ਜਿਹੜਾ ਹੈਗਾ ਹੰਕਾਰ ਦੇ ਵਿੱਚ ਹੈਗਾ। ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਔਰ ਪੌਣ ਹਵਾ ਦੇ ਵਿੱਚ ਆ, ਤੱਤਾਂ ਦੇ ਵਿੱਚ, ਪਾਣੀ ਦੇ ਵਿੱਚ, ਅੱਗ ਦੇ ਵਿੱਚ, ਧਰਤੀ ਦੇ ਵਿੱਚ, ਇਹ ਸਾਰੀ ਦੀ ਸਾਰੀ ਰਚਨਾ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ। ਮਾਲਕ ਪਰਮਾਤਮਾ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਆਖਰੀ ਦੇ ਵਿੱਚ ਮਹਾਰਾਜ ਆਪਾਂ ਨੂੰ ਗਿਆਨ ਦਿੰਦੇ ਆ ਕਿ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ, ਸਾਰੀ ਦੀ ਸਾਰੀ ਕੁਦਰਤ, ਸਾਰੀ ਦੀ ਸਾਰੀ ਰਚਨਾ, ਸਾਰੇ ਦੇ ਸਾਰੇ ਜੀ ਉਸ ਮਾਲਕ ਪਰਮਾਤਮਾ ਦੀ ਕੁਦਰਤ ਹੈਗੇ ਆ। ਔਰ ਤੂੰ ਉਹ ਮਾਲਕ ਪਰਮਾਤਮਾ, ਮਹਾਰਾਜ ਕਹਿੰਦੇ ਆ ਮਾਲਕ ਨੂੰ ਵੀ ਤੂੰ ਇਹਦਾ ਮਾਲਕ ਹੈਗਾ, ਇਹਨੂੰ ਪੈਦਾ ਕਰਨ ਵਾਲਾ, ਇਹਨੂੰ ਬਣਾਉਣ ਵਾਲਾ ਤੂੰ ਹੈਗਾ ਆ। ਇਹ ਸਾਰੀ ਦੀ ਸਾਰੀ ਕੁਦਰਤ ਤੇਰੀ ਹੈਗੀ, ਤੂੰ ਇਹਨੂੰ ਮੇਨਟੇਨ ਕਰ ਰਿਹਾ ਹੈ, ਇਹਨੂੰ ਸਸਟੇਨ ਕਰ ਰਿਹਾ ਹੈ, ਔਰ ਇਹਨੂੰ ਪੂਰਾ ਕੰਪਲੀਟਲੀ ਜਿਹੜਾ ਹੈਗਾ ਇਹਨੂੰ ਚਲਾ ਰਿਹਾ ਹੈ। ਔਰ ਤੂੰ ਮਾਲਕ ਹੈਗਾ ਆ, ਤੂੰ ਕਰਤਾ ਹੈਗਾ, ਔਰ ਤੂੰ ਪਾਕ ਹੈਗਾ ਆ, ਪਵਿੱਤਰ ਹੈਗਾ ਆ। ਔਰ ਪਾਕੀ ਨਾ ਹੀ ਪਾਕ, ਕਹਿੰਦੇ ਤੇਰਾ ਨਾਮ ਵੀ ਪਵਿੱਤਰ ਹੈਗਾ ਭਾਈ। ਜਿਹਨੇ ਵੀ ਇਸ ਪਵਿੱਤਰ ਹੋਣਾ ਹੈ ਤੇ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੇ ਨਾਮ ਦੇ ਨਾਲ ਪਵਿੱਤਰ ਹੋ ਸਕਦੇ ਹਾਂ, ਔਰ ਆਪਾਂ ਉਹਦੇ ਵਿੱਚ ਮਰਜ ਹੋ ਸਕਦੇ ਹਾਂ। ਨਾਨਕ ਹੁਕਮੇ ਅੰਦਰ ਵੇਖੈ, ਵਰਤੇ ਤਾਕੋ ਤਾਕ। ਔਰ ਮਾਲਕ ਪਰਮਾਤਮਾ ਆਪਣੀ ਕੁਦਰਤ ਨੂੰ, ਆਪਣੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ, ਔਰ ਕੰਪਲੀਟਲੀ ਇਹਦੇ ਵਿੱਚ ਇਨਵਾਲਵ ਹੈਗਾ, ਔਰ ਇਹਨੂੰ ਦੇਖ ਰਿਹਾ ਹੈ ਮਾਲਕ ਪਰਮਾਤਮਾ, ਔਰ ਇਹਦੇ ਵਿੱਚ ਵਰਤ ਰਿਹਾ ਹੈ, ਤਾਕੋ ਤਾਕ ਵਰਤ ਰਿਹਾ ਹੈ ਇਹਦੇ ਵਿੱਚ। ਹਾਂਜੀ ਗੋਰਕੀ ਸਾਹਿਬ। ਹਾਂ ਨਿੱਜਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ? ਗੱਲ ਬਣ ਗਈ ਬਹੁਤ ਵਧੀਆ ਬਣ ਗਈ। ਸ਼ੁਕਰ ਹੈ। ਥੋੜਾ ਬਹੁਤਾ ਬੋਲ ਦਿੰਦੇ ਆ ਤੇ ਮਾਈਕ ਬੰਦ ਹੋ ਗਿਆ ਤੁਹਾਡਾ।
ਨਿੱਜਰ ਸਾਹਿਬ ਉਹ ਨਾ ਹੋਟਲ 'ਚ ਬੈਠੇ ਆ ਤੇ ਮਸਲਾ ਇਦਾਂ ਦਾ ਹੀ ਹੈ। ਚਲੋ ਕੋਈ- ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਕੁਦਰਤ ਦਾ ਕੰਮ ਹੈਗਾ ਹੈ, ਸਾਰਾ ਕੁਝ ਕੁਦਰਤ ਨੇ ਆਪ ਰਚਿਆ ਹੈ। ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਹੀ ਸਰਵ ਰੂਪ ਦੇ ਵਿੱਚ ਵਿਆਪਕ ਹੈ, ਪ੍ਰਮਾਤਮਾ ਹੀ ਕਰਨ ਵਾਲਾ ਹੈ, ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ। ਤੇ ਆਪਾਂ ਇਸ ਗੱਲ ਨੂੰ ਜੇਕਰ ਨਹੀਂ ਸਮਝਦੇ ਨਾ ਤੇ ਮਾਈਕ ਤੇ ਉਹ ਜਿਹੜਾ ਰੂਪ ਹੈਗਾ, ਹਾਂਜੀ ਮੈਂ ਉਹ ਆਪ ਹੀ ਬੰਦ ਕੀਤਾ ਹੈ, ਅੱਛਾ ਕੋਈ ਜੀ। ਡਿਸਟਰਬੈਂਸ ਜੀ ਆ ਗਈ। ਹਾਂਜੀ ਹਾਂਜੀ ਤੇ ਕੁਦਰਤ ਨੇ ਦੇਖੋ ਹਰ ਚੀਜ਼ ਨੂੰ ਰਚਿਆ। ਕਿੱਦਾਂ ਵੇਖੋ, ਜਾਤਾਂ ਦੀ ਰਚਨਾ ਪ੍ਰਮਾਤਮਾ ਨੇ ਕੀਤੀ ਹੈ। ਹੂੰ ਲੋਕੀ ਕਹਿੰਦੇ ਨਾ ਕਿ ਜਾਤ ਪਾਤ ਨਹੀਂ ਹੁੰਦਾ, ਹੁੰਦਾ ਹੈ। ਜਾਨਵਰਾਂ 'ਚ ਨਸਲਾਂ ਨੇ, ਦਰਖਤਾਂ ਦੇ ਵਿੱਚ ਨਸਲਾਂ ਨੇ, ਇਸੇ ਹੀ ਤਰ੍ਹਾਂ ਬੰਦਿਆਂ ਦੇ ਵਿੱਚ ਨਸਲਾਂ ਨੇ। ਵੇਖੋ ਗੋਰੇ ਵੱਖਰੇ ਨੇ, ਜਿਹੜੇ ਆਸਟ੍ਰੇਲੀਆ ਦੇ ਗੋਰੇ ਵੱਖਰੇ ਨੇ, ਇੰਗਲੈਂਡ ਦੇ ਗੋਰੇ ਵੱਖਰੇ ਨੇ। ਤੇ ਹਰ ਚੀਜ਼ ਜਿਹੜੀ ਹੈ ਵੱਖੋ ਵੱਖ ਬਣੀ ਹੈ। ਇਸੇ ਹੀ ਤਰ੍ਹਾਂ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜਾਣਬੁੱਝ ਕੇ ਪ੍ਰਮਾਤਮਾ ਨੇ ਏਦਾਂ ਦੀ ਕੀਤੀ ਹੈ। ਦੇਖੋ ਕਈ ਜਗ੍ਹਾ ਤੇ ਬੰਦੇ ਨੂੰ ਬਹੁਤਾ ਹੀ ਕਾਲਾ ਬਣਾ ਦਿੱਤਾ ਹੈ, ਕਈ ਜਗ੍ਹਾ ਤੇ ਬੰਦੇ ਨੂੰ ਬਹੁਤਾ ਗੋਰਾ ਬਣਾ ਦਿੱਤਾ ਹੈ। ਕਿਸੇ ਦਾ ਨੱਕ ਲੰਮਾ ਕਰਤਾ ਹੈ, ਕਿਸੇ ਦਾ ਨੱਕ ਫੀਨਾ ਕਰਤਾ ਹੈ। ਆਪ ਦੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ। ਇਹਦਾ ਕਾਰਨ ਪਤਾ ਕੀ ਹੈ? ਕੰਪੀਟੀਸ਼ਨ। ਕੁਦਰਤ ਨੇ ਇਹ ਸਭ ਆਪ ਕੰਪੀਟੀਸ਼ਨ ਦੇ ਲਈ ਰਚਿਆ ਹੈ। ਬਣਾਉਣ ਨੂੰ ਉਹ ਸਾਰਾ ਇੱਕੋ ਹੀ ਜਿਹਾ ਸਾਰਾ ਸਰੂਪ ਬਣਾ ਸਕਦਾ ਸੀ, ਨਹੀਂ। ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਰੂਪ ਦਿੱਤਾ ਹੈ। ਦੇਖੋ ਇਹਨਾਂ ਦਾ ਫਿਰ ਕੰਪੀਟੀਸ਼ਨ ਹੋ ਰਿਹਾ। ਆਪਾਂ ਕਿੱਦਾਂ ਫਾਈਟ ਕਰ ਰਹੇ ਹਾਂ। ਪੰਜਾਬ ਦੇ ਵੱਖਰੇ ਨੇ, ਹਰਿਆਣੇ ਦੇ ਵੱਖਰੇ ਨੇ, ਯੂਪੀ ਦੇ ਵੱਖਰੇ ਨੇ, ਬਿਹਾਰ ਦੇ ਵੱਖਰੇ ਨੇ। ਨਿੱਜਰ ਸਾਹਿਬ, ਕਿਉਂਕਿ ਜਦ ਤੱਕ ਆਪਣੇ 'ਚ ਡਿਫਰੈਂਸ ਨਹੀਂ ਨਾ ਆਊਗਾ, ਆਪਣਾ ਕੰਪੀਟੀਸ਼ਨ ਨਹੀਂ ਹੋ ਸਕਦਾ। ਬਾਣੀ 'ਚ ਇੱਕ ਤੁਕ ਆਉਂਦੀ ਆ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਉਹਦਾ ਕਾਰਨ ਇਹੋ ਹੀ ਆ। ਦੇਖੋ ਕਿੱਦਾਂ ਪੰਜਾਬ ਦੇ ਜਿਹੜੇ ਇੱਥੇ ਅਸੀਂ ਬਾਹਰ ਆ ਗਏ ਆ, ਇੱਥੋਂ ਦੇ ਲੋਕ ਪੰਜਾਬ ਵੱਲ ਤੁਰੇ ਜਾਂਦੇ ਨੇ। ਹੁਣ ਜਿਹੜੇ ਸਾਡੇ ਬੰਦੇ ਨੇ ਉਹ ਬੰਬੇ ਜਾਂਦੇ ਨੇ, ਬੰਬੇ ਦੇ ਬੰਦੇ ਘੁੰਮਣ ਵਾਸਤੇ ਪੰਜਾਬ ਆਉਂਦੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵੈਲ ਪਲੈਨਡ ਸੋਚ ਵਿਚਾਰ ਕੇ ਕੀਤੀਆਂ ਗਈਆਂ ਨੇ। ਹਾਂਜੀ, ਇਹ ਸਾਰਾ ਕੁਝ ਨਾ ਕੀਤਾ ਹੋਇਆ। ਔਰ ਇਸ ਦੇ ਕਰਕੇ ਹੀ ਸਵਾਦ ਹੈ ਸੰਸਾਰ 'ਚ, ਕਿਉਂਕਿ ਪ੍ਰਕਿਰਤੀ ਦੀ ਜੋ ਰਚਨਾ ਹੋਈ ਹੈ ਨਾ, ਪ੍ਰਕਿਰਤੀ ਦੇ ਵਿੱਚ ਰਸ ਨਾ ਬਹੁਤ ਉੱਚੇ ਲੈਵਲ ਦਾ ਰਸ ਪਾਇਆ ਗਿਆ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਉਦਾਂ ਜ਼ਿੰਦਗੀ ਜਿਹੜੀ ਨਾ ਬੋਰ ਲੱਗੇਗੀ ਬੰਦਾ ਉਦਾਸ ਹੋ ਸਕਦਾ। ਆਪ ਜਸਟ ਨਜ਼ਰ ਮਾਰੋ, ਕਿੰਨੀ ਕਿਸਮ ਦਾ ਫਰੂਟ ਹੈ, ਕਿੰਨੀ ਕਿਸਮ ਦੀ ਸਬਜ਼ੀ ਆ, ਕਿੰਨੀ ਕਿਸਮ ਦੇ ਡਰਾਈ ਫਰੂਟ ਨੇ। ਆਪ ਨੋਟ ਕਰੋਗੇ ਤੁਹਾਨੂੰ ਪਤਾ ਲੱਗੇਗਾ। ਕਿੰਨੀ ਹੀ ਕਿਸਮ ਦੇ ਦਰਖਤ ਨੇ, ਕਿੰਨੀ ਹੀ ਕਿਸਮ ਦੇ ਜਿਹੜੇ ਫੁੱਲ ਨੇ। ਕਿਉਂ ਇਹ ਇੰਨਾ ਡਿਫਰੈਂਸ, ਇੰਨੀ ਵੈਰਾਈਟੀ ਬਣਾਉਣ ਦੀ ਕਿਉਂ ਲੋੜ ਪਈ? ਕਿੰਨੀ ਕਿਸਮ ਦਾ ਕੱਪੜਾ ਹੈ, ਕਿੰਨੀ ਕਿਸਮ ਦਾ ਕੱਪੜਾ ਹੈ। ਦੇਖੋ ਸਭ ਕੰਪੀਟੀਸ਼ਨ। ਕਿਉਂਕਿ ਜਿੰਨਾ ਚਿਰ ਤੱਕ ਵੈਰਾਈਟੀ ਨਹੀਂ ਆਏਗੀ ਉਹ ਗੱਲ ਨਹੀਂ ਬਣੇਗੀ, ਉਹਨਾਂ ਚਿਰ ਮਿਊਜ਼ਿਕ ਨਹੀਂ ਬਣੇਗਾ, ਜ਼ਿੰਦਗੀ ਬੋਰ ਹੋ ਜਾਏਗੀ। ਇਹ ਜਿਹੜੇ ਪਹਾੜ ਭੂੜ ਵੀ ਬਣਾਏ ਨੇ, ਇਹ ਵੀ ਸਭ ਪਰਪਸਲੀ ਬਣਾਏ ਨੇ। ਜਦੋਂ ਬੰਦਾ ਥੱਕ ਜਾਏਗਾ, ਬੰਦਾ ਉਦਾਸ ਹੋ ਜਾਏਗਾ, ਫਿਰ ਚਲੋ ਜੀ ਚੁੱਕੋ ਬੈਗੜੀ, ਤੁਰ ਪੋ ਪਹਾੜਾਂ ਦੇ ਵੱਲ। ਨਿੱਜਰ ਸਾਹਿਬ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਮੈਂ ਇਹ ਚੀਜ਼ ਮਹਿਸੂਸ ਕਰਦਾ ਹਾਂ, ਇੰਨੀ ਉਚਾਈ ਤੇ ਅਸੀਂ ਆ ਗਏ ਆ ਨਾ, ਇਹਦਾ ਮਤਲਬ ਕਿ ਪ੍ਰਕਿਰਤੀ ਨੇ ਰਾਹ ਬਣਾਇਆ ਹੈ। ਨਿੱਜਰ ਸਾਹਿਬ, ਆਪ ਸਮਝ ਲਓ ਕਿ 150-200 ਸਾਲ ਪਹਿਲਾਂ ਵੀ ਰਾਹ ਬਣਿਆ ਸੀ।
ਹੁਣ ਤੇ ਮਸ਼ੀਨਾਂ ਹੈਗੀਆਂ ਨੇ, ਹੁਣ ਤੇ ਕਾਰਾਂ ਹੈਗੀਆਂ ਨੇ, JCB ਹੈਗੇ ਨੇ, ਕਰੇਨਾਂ ਹੈਗੀਆਂ ਨੇ, ਅਸੀਂ ਰਸਤੇ ਬਣਾ ਸਕਦੇ ਹਾਂ। ਇਹਦਾ ਮਤਲਬ ਪ੍ਰਕਿਰਤੀ ਨੇ ਨਿੱਜਰ ਸਾਹਿਬ ਪਹਿਲਾਂ ਹੀ ਰਾਹ ਬਣਾਤੇ ਆ ਬਿਲਕੁਲ ਕਿ ਲੋਕ ਇੱਥੇ ਆਉਣਗੇ। ਕੁਝ ਬੰਦੇ ਨੇ ਡਿਸਕਵਰੀ ਕੀਤੀ ਹੈ, ਫਿਰ ਦੂਜੇ ਉਸ ਤੋਂ ਬਾਅਦ ਮਗਰ ਤੁਰੇ ਆਉਂਦੇ ਨੇ। ਇਹਦਾ ਮਤਲਬ ਇਹ ਸਾਰਾ ਕੁਝ ਇਹ ਜਿਹੜਾ ਪਲਾਨ ਕੀਤਾ ਹੈ। ਦੇਖੋ ਹੁਣ ਇੱਕ ਚੀਜ਼ ਦੇਖੋ, ਇਹ ਟੈਲੀਵਿਜ਼ਨ ਹੋਇਆ, ਮੋਬਾਈਲ ਹੋਇਆ, ਸਮੇਂ ਅਨੁਸਾਰ ਇਹ ਐਸੇ ਵੱਖਰੇ ਬੰਦੇ ਧਰਤੀ ਤੇ ਪੈਦਾ ਹੁੰਦੇ ਨੇ। ਹੁਣ ਵੇਖੋ ਇੱਕ ਬੰਦਾ ਐਲਨ ਮਸਕ ਪੈਦਾ ਹੋਇਆ ਤੇ ਇਹ ਦੇਖੋ એનર્ਜੀ ਆ, ਉਹ ਬੰਦਾ ਨਹੀਂ ਹੈਗਾ, એનર્ਜੀ ਆ। ਉਹ ਬੰਦਾ ਇੰਨਾ ਇੰਟੈਲੀਜੈਂਟ ਨਹੀਂ ਹੋ ਸਕਦਾ। એનર્ਜੀ ਨੇ ਆਪਣੇ ਆਪ ਹੀ ਏਦਾਂ ਦੀ ਡਿਵੈਲਪਮੈਂਟ ਕੀਤੀ ਹੈ ਕਿ ਜਿਹੜੀਆਂ ਕਾਰਾਂ ਨੇ ਉਹ ਬੱਤੀ ਨਾਲ ਚੱਲਣਗੀਆਂ, ਸੂਰਜ ਨਾਲ ਚੱਲਣਗੀਆਂ ਕਹਿਣ ਤੋਂ ਬਾਅਦ। ਤੇ ਵੇਖ ਲਓ ਉਹ ਬੰਦੇ ਕੋਲ ਕਿੰਨੀ ਪਾਵਰ ਆ ਗਈ। ਚੰਗੇ ਬੰਦੇ ਜਿਹੜੇ ਕਹਿੰਦੀਆਂ ਘਾਉਂਦੀਆਂ ਕੰਪਨੀਆਂ ਨੇ, ਜਿਹੜੀਆਂ ਕੰਪਨੀਆਂ ਦੀਆਂ 15 16 ਹਜ਼ਾਰ ਕਾਰਾਂ ਇੱਕ ਦਿਨ ਚ ਪ੍ਰੋਡਕਸ਼ਨ ਹੈ ਉਹਨਾਂ ਦੀਆਂ ਨਿੱਜਰ ਸਾਹਿਬ। ਤੇ ਸਡਨਲੀ ਇੱਕ ਬੰਦਾ ਆ ਕੇ ਚੈਲੰਜ ਕਰ ਗਿਆ। ਕਿੱਥੇ ਵੇਖੋ ਜਹਾਜ਼ ਜਾਂਦੇ ਸੀ ਰਾਕਟ ਅਸਮਾਨ ਚ ਜਾ ਕੇ ਖਤਮ ਹੋ ਜਾਂਦੇ ਸੀ, ਵਾਪਸ ਨਹੀਂ ਆਉਂਦੇ ਸੀ। ਉਹ ਬੰਦੇ ਨੇ ਐਸੇ ਰਾਕਟ ਬਣਾਤੇ ਨੇ ਜਿਹੜੇ ਜਾਣਗੇ ਤੇ ਵਾਪਸ ਹੀ ਆਉਣਗੇ। ਕਹਿਣ ਤੋਂ ਭਾਵ ਜਹਾਜ਼ ਸਿਸਟਮ। ਇਹ ਨਿੱਜਰ ਸਾਹਿਬ ਇਹ ਤੇ ਪ੍ਰਮਾਤਮਾ ਨੇ એનર્ਜੀ ਦਿੱਤੀ ਉਹਨੂੰ ਬੰਦੇ ਨੂੰ, ਉਹਦੇ ਅੰਦਰ ਆਈਡੀਆ ਕਿੱਥੋਂ ਹੋਣਾ ਸੀ? ਬਿਲਕੁਲ ਇਹ ਕੁਦਰਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਬੰਦੇ 'ਚ ਕਿੰਨੀ ਪਾਵਰ ਕਿੱਥੇ ਆ? ਮੇਰੇ ਵਰਗੇ 'ਚ ਇੰਨੀ ਪਾਵਰ ਨਹੀਂ ਆ ਕਿ ਮੈਂ ਇੰਨਾ ਕੁ ਰਾਸ਼ਨ ਇਕੱਠਾ ਕਰਦਾ 2.5-3 ਸਾਲ ਬਹਿ ਕੇ ਖਾ ਸਕਾਂ। ਵੱਧ ਤੋਂ ਵੱਧ ਸਾਲ 1.5 ਸਾਲ ਹੀ ਚੱਲਣਾ ਰਾਸ਼ਨ, ਬਾਅਦ 'ਚ ਫਿਰ ਕੰਮ ਕਰਨਾ ਪੈਣਾ। ਪਰ ਉਹ ਜਿਹੜੀ ਇੰਨੀ એનર્ਜੀ ਦੇਣੀ ਹੈ, ਇੰਨੀ ਪਾਵਰ ਦੇ ਦੇਣੀ ਹੈ, ਇਹ ਕੁਦਰਤ ਖੁਦ ਕਿਸ ਤਰੀਕੇ ਨਾਲ ਕੰਮ ਕਰਾਉਣਾ ਚਾਹੁੰਦੀ ਹੈ ਨਿੱਜਰ ਸਾਹਿਬ। ਇਹ ਸਭ ਉਹਦੇ ਮਗਰ ਬੰਦੇ 'ਚ ਨਹੀਂ ਪਾਵਰ ਆ ਹੀ ਨਹੀਂ ਸਕਦੀ। इसो देखिए तो ये चीजा सब हैगियां ने। प्लीज देखो आ बाणी कह रही है कुदरत वेद पुराण किताबा कुदरत सर्ब विचार। कहते जिन्नी भी विचार शक्ति है, जिन्नी भी बुद्धि है, ये कुदरत ने दिती है। और बंदे नू जेकर पूछा जाए ना ते माड़ा जा मसला उहदे घर दा मसला नहीं और को हल हुंदा ते बंदा वही बंदा वेखो किन्ने किन्ने वड्डे मसले हल कर दिंदा किड्डे किड्डे, क्योंकि फोर्स आ ਉਹਨੂੰ ਇੰਨਾ ਗਿਆਨ ਦਿੱਤਾ ਹੈ ਤੇ ਉਹ ਵੇਖੋ ਗ੍ਰੰਥ ਲਿਖ ਜਾਂਦਾ ਹੈ। ਹੁਣ ਜਿਹੜੇ ਵਿਚਾਰ ਸ਼ਕਤੀ ਆ, ਕਿਤਾਬ ਲਿਖੇ ਨੇ, ਗਿਆਨ ਲਿਖੇ ਨੇ, ਇਹ ਵੇਦ ਕਿੱਥੋਂ ਆਏ ਨੇ? ਵੇਦ ਤੇ ਬੜੇ ਪੁਰਾਣੇ ਨੇ, 4-4 ਹਜ਼ਾਰ ਸਾਲ ਪਹਿਲਾਂ ਨਿੱਜਰ ਸਾਹਿਬ। ਇਹਦਾ ਮਤਲਬ 4000 ਸਾਲ ਪਹਿਲਾਂ ਤੇ ਲਿਖਣ ਦੀ ਸ਼ਕਤੀ ਆਈ ਬੰਦੇ ਕੋ। ਇਹ ਵੇਦ ਤੇ ਬਹੁਤ ਪੁਰਾਣੇ ਨੇ। ਪਹਿਲਾਂ ਕਹਿੰਦੇ ਇੱਕ ਦੂਜੇ ਨੂੰ ਜ਼ਬਾਨੀ ਯਾਦ ਹੋ ਜਾਂਦੇ ਸੀ। ਬਾਅਦ ਚ ਜਦੋਂ ਇਨਸਾਨ ਨੇ ਲਿਖਣ ਦੀ ਜਿਹੜੀ ਕਲਾ ਸਿੱਖ ਲਈ ਤੇ ਬੰਦਾ ਪੇਪਰ ਤੇ ਲਿਖ ਸਕਦਾ ਸੀ, ਉਸ ਤੋਂ ਬਾਅਦ ਹੀ ਗ੍ਰੰਥਾਂ ਦੇ ਵਿੱਚ ਗਿਆਨ ਲਿਖਿਆ ਗਿਆ। ਪਹਿਲਾਂ ਕਹਿੰਦੇ ਸੀ ਗੁਰੂ ਹੁੰਦਾ ਸੀ ਆਪਣੇ ਚੇਲੇ ਨੂੰ ਗਿਆਨ ਦੇ ਜਾਂਦਾ ਸੀ। ਉਹ ਜਿਹੜਾ ਚੇਲਾ ਸੀ ਉਹਦੀ ਸਿਮਰਤੀ ਇੰਨੀ ਤੇਜ਼ ਹੁੰਦੀ ਸੀ, ਉਹ ਸਾਰੀਆਂ ਗੱਲਾਂ ਆਪਣੇ ਦਿਮਾਗ 'ਚ ਸਮਾ ਲੈਂਦਾ ਸੀ। ਫਿਰ ਇੱਕ ਸਮਾਂ ਆਇਆ ਮਹਾਤਮਾ ਬੁੱਧ ਤੋਂ ਵੀ ਇਹੋ ਗੱਲ ਚੱਲੀ ਕਿ ਜਿਹੜਾ ਗਿਆਨ ਹੈ ਉਹ ਕਿਤਾਬਾਂ 'ਚ ਲਿਖਿਆ ਜਾਵੇ। ਬੜੇ ਸਾਲਾਂ ਤੱਕ ਨਿੱਜਰ ਸਾਹਿਬ ਉਹਨਾਂ ਦਾ ਗਿਆਨ ਕੇਵਲ ਇੱਕ ਦੂਜੇ ਤੱਕ ਜ਼ਬਾਨੀ ਤੇ ਕੰਨੀ ਰਾਹੀਂ ਹੀ ਦਿੱਤਾ ਜਾਂਦਾ ਸੀ। ਇਹ ਦੇਖੋ ਪ੍ਰਕਿਰਤੀ ਦੀ ਕਿੰਨੀ ਬਰੀਕੀ ਹੈ। ਆਹ ਜਿਹੜਾ ਗਿਆਨ ਸਾਡੇ ਕੋਲ ਪਹੁੰਚਣ ਦਿਆ, ਅਸੀਂ ਤੇ ਬਹੁਤ ਲਾਸਟ ਤੇ ਆ ਗਏ ਆ। ਸਾਡੇ ਤੋਂ ਪਹਿਲਾਂ ਜਿੰਨਾ ਵੀ ਗਿਆਨ ਸੀ, ਸਾਰਾ ਗਿਆਨ ਕੇਵਲ ਕੰਨਾਂ ਦੇ ਰਾਹੀਂ ਤੇ ਜ਼ਬਾਨ ਦੇ ਰਾਹੀਂ ਇੱਕ ਦੂਜੇ ਨੂੰ ਦੱਸਿਆ ਜਾਂਦਾ ਸੀ। ਐਡੇ ਵੱਡੇ ਗ੍ਰੰਥ ਲੋਕੀ ਕੰਠ ਕਰ ਲੈਂਦੇ ਸੀ ਨਿੱਜਰ ਸਾਹਿਬ। ਤੇ ਹੁਣ ਵੇਖ ਲਓ ਕਹਿੰਦੇ ਕੁਦਰਤੀ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਵੇਖੋ ਕੁਦਰਤੀ ਤੌਰ ਤੇ ਕਿੰਨੀ ਕਿਸਮ ਦਾ ਖਾਣਾ ਹੈ, ਕਿੰਨੀ ਕਿਸਮ ਦਾ ਪੀਣਾ ਹੈ, ਕਿੰਨੀ ਕਿਸਮ ਦੇ ਕੱਪੜੇ ਨੇ, ਇਹ ਗ੍ਰੰਥ 'ਚ ਲਿਖੇ ਨੇ। ਔਰ ਇਹ ਦੇਖੋ ਇਹ ਚੀਜ਼ਾਂ ਸਾਡੇ ਸਾਹਮਣੇ ਨੇ। ਮੇਰੇ ਹਿਸਾਬ ਨਾਲ ਤੁਸੀਂ ਦੇਖੋ ਜਿਸ ਟਾਈਮ ਤੇ ਗ੍ਰੰਥਾਂ ਦੀ ਰਚਨਾ ਕੀਤੀ ਗਈ ਉਦੋਂ ਜ਼ਿਆਦਾ ਵੈਰਾਈਟੀ ਨਹੀਂ ਸੀ ਕੱਪੜਿਆਂ ਦੀ ਨਿੱਜਰ ਸਾਹਿਬ। ਬਿਲਕੁਲ ਮਸ਼ੀਨ, ਇਹਦਾ ਮਤਲਬ ਉਹਨਾਂ ਨੇ ਉਦੋਂ ਹੀ ਪ੍ਰਿਡਿਕਸ਼ਨ ਕਰਤੀ ਕਿ ਇੰਨੀ ਕਿਸਮ ਦਾ ਖਾਣਾ ਵਾ, ਇੰਨੀ ਕਿਸਮ ਦਾ ਪਹਿਨਣਾ ਹੈ ਤੇ ਸਰਬ ਪਿਆਰ। ਇਹਦਾ ਮਤਲਬ ਕੀ ਹੈ ਨਿੱਜਰ ਸਾਹਿਬ? ਸਭੀ ਸਾਰਾ ਪਿਆਰ ਜਿਹੜਾ ਹੈਗਾ ਇੱਕ ਦੂਸਰੇ ਦੇ ਨਾਲ ਜਿਹੜਾ ਇਨਸਾਨ ਖਿੱਚਦਾ ਹੈ ਇੱਕ ਦੂਸਰੇ ਦੇ, ਨਹੀਂ ਤਾਂ ਪਿਆਰ ਨਹੀਂ ਹੋਊਗਾ ਤੇ ਪਰਿਵਾਰ ਕਿਵੇਂ ਚੱਲੂਗਾ? ਸਾਰਾ ਜਿਹੜਾ ਹੈਗਾ ਸੰਬੰਧ ਕਿਵੇਂ ਬਣਨਗੇ? ਹਾਂਜੀ ਹਾਂ, ਜਿੱਦਾਂ ਆਪੋਜੀਟ ਸੈਕਸ ਆ, ਜਿੱਦਾਂ ਔਰਤ ਤੇ ਮਰਦ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਨੇ ਤੇ ਇਹ ਵੀ ਉਹਦੀ ਕੁਦਰਤੀ ਹੈ। ਬਿਲਕੁਲ ਇਸ ਤੋਂ ਬਿਨਾਂ ਪ੍ਰਕਿਰਤੀ ਚੱਲ ਨਹੀਂ ਸਕਦੀ ਹਨਾ। ਫਿਰ ਅਗਲੇ ਬੰਨੇ ਵੇਖੋ ਸਾਧ ਸੰਗਤ ਜੀ ਪਲੀਜ਼, ਆਪਾਂ ਲੋਕੀ ਗੱਲਾਂ ਤੇ ਕਰਦੇ ਨਾ ਇਹ ਹੈ ਉਹ ਹੈ, ਉਹ ਗੱਲਾਂ ਵੇਖੋ ਗੁਰੂਆਂ ਨੇ ਪਹਿਲਾਂ ਲਿਖੀਆਂ। ਕੁਦਰਤ ਜਾਤ ਜਿਣਸ ਰੰਗੀ ਕੁਦਰਤ ਜੀਆਂ ਜਹਾਨ।
ਤੇ ਕਹਿੰਦੇ ਜਿਨਸਾਂ ਬਣਾਈਆਂ ਨੇ ਰੱਬ ਨੇ, ਰੰਗ ਵੀ ਰਚੇ ਨੇ। ਕਿਉਂ? ਕਿਉਂਕਿ ਇਹਦੇ ਨਾਲ ਹੀ ਅਟਰੈਕਸ਼ਨ ਹੈ। ਇੱਕ ਜਗ੍ਹਾ ਤੇ ਬੰਦਾ ਦੂਜੀ ਜਗ੍ਹਾ ਤੇ ਜਾਂਦਾ ਹੈ, ਫਿਰ ਦੂਜੀ ਜਗ੍ਹਾ ਤੇ ਬੰਦਾ ਤੀਜੀ ਜਗ੍ਹਾ ਤੇ ਜਾਂਦਾ ਹੈ। ਇਹ ਜਾਤਾਂ ਬਣੀਆਂ, ਜਿਨਸਾਂ ਬਣੀਆਂ ਨੇ, ਬੰਦਿਆਂ ਦੀਆਂ ਨਸਲਾਂ ਹੁੰਦੀਆਂ ਨੇ। ਜਿੱਦਾਂ ਜਾਨਵਰਾਂ ਦੀਆਂ ਨਸਲਾਂ ਹੁੰਦੀਆਂ ਨੇ ਨਿੱਜਰ ਸਾਹਿਬ, ਇਹ ਤਾਂ ਬੰਦਿਆਂ ਦੀਆਂ ਵੀ ਨਸਲਾਂ ਨੇ, ਵੱਖੋ ਵੱਖ ਨਸਲਾਂ ਨੇ। ਉਹ ਵੱਖਰੀ ਗੱਲ, ਸਾਡੇ ਬਲੱਡ 'ਚ ਖੂਨ ਇੱਕ ਚੱਲਦਾ ਹੈ, ਪਰ ਤੁਸੀਂ ਵੇਖੋਗੇ ਇੱਕ ਗੋਰੇ ਨਾਲ ਗੱਲ ਕਰੋਗੇ, ਉਹਦੀ ਸੋਚ ਤੇ ਸਾਡੀ ਸੋਚ 'ਚ ਫਰਕ ਹੈ। ਹੁਣ ਜਿਹੜਾ ਪੰਜਾਬ ਦਾ ਬੰਦਾ ਸੋਚਦਾ ਹੈ ਨਾ, ਉਸ ਯੂਪੀ ਵਾਲੇ ਬੰਦੇ ਦੀ ਸੋਚ ਵੱਖਰੀ ਹੋਊਗੀ। ਤੁਸੀਂ MP ਦੇ, ਮੱਧ ਪ੍ਰਦੇਸ਼ ਦੇ ਬੰਦੇ ਨਾਲ ਗੱਲ ਕਰੋ, ਬੰਦੇ ਦਾ ਸੋਚਣ ਦਾ ਤਰੀਕਾ ਵੱਖਰਾ ਹੋਊਗਾ। ਤੁਸੀਂ ਚਾਈਨੀਜ਼ ਬੰਦੇ ਨਾਲ ਗੱਲ ਕਰਕੇ ਵੇਖੋ, ਉਹ ਬੰਦੇ ਦੇ ਸੋਚ ਦਾ ਤਰੀਕਾ ਵੱਖਰਾ ਹੋਊਗਾ। ਇਹਦਾ ਮਤਲਬ ਉਹਦੇ ਅੰਦਰ ਜਿਹੜਾ ਪੁਰਜਾ ਪਾਇਆ ਹੈ, ਉਹ ਥੋੜਾ ਜਿਹਾ ਡਿਫਰੈਂਸ ਹੈ। ਬੇਸ਼ੱਕ ਅਸੀਂ ਜਾ ਕੇ ਗੋਰਿਆਂ ਦੀ ਭਾਸ਼ਾ ਬੋਲ ਲਈਏ, ਗੋਰਿਆਂ ਵਰਗੇ ਕੱਪੜੇ ਪਾ ਲਈਏ, ਗੋਰਿਆਂ ਵਾਂਗੂ ਉਹਨਾਂ ਦੇ ਮਕਾਨਾਂ 'ਚ ਰਹਿਣਾ ਸ਼ੁਰੂ ਕਰ ਦਈਏ, ਪਰ ਤੁਹਾਡੇ ਅੰਦਰ ਦਾ ਇਨਸਾਨ ਨਹੀਂ ਜੇ ਬਦਲਦਾ ਨਿੱਜਰ ਸਾਹਿਬ। ਭਾਵੇਂ ਸਾਡੇ ਬੰਦੇ 3 ਨਸਲਾਂ, 4 ਨਸਲਾਂ, 5 ਨਸਲਾਂ ਉੱਥੇ ਰਹਿ ਲੈਣ, ਉਹ ਤੁਹਾਡੇ ਜੀਨਸ ਨੇ, ਤੁਹਾਡੇ ਜੀਨਸ ਦੇ ਅੰਦਰ ਹੈ ਤੁਹਾਡੀ ਨਸਲ ਨਿੱਜਰ ਸਾਹਿਬ। ਬਿਲਕੁਲ। ਔਰ ਇਹਦਾ ਮਤਲਬ ਜਿਹਨੇ ਜਿੰਸ ਪਾਏ ਨੇ, ਜਿਹਨੇ ਨਸਲ ਬਣਾਈ ਨੇ, ਉਹ ਵੀ ਚਾਹੁੰਦਾ ਕਿ ਇਹ ਕੰਮ ਚੱਲੇ, ਕਿਉਂਕਿ ਇਸੇ ਨਾਲ ਹੀ ਸੰਸਾਰ ਦੇ ਵਿੱਚ ਗਤੀ ਹੈ। ਉਹ ਤਾਂ ਗਤੀ ਨਹੀਂ ਹੋਵੇਗੀ, ਤੁਸੀਂ ਦੁਖੀ ਹੋ ਜਾਓਗੇ, ਪਰੇਸ਼ਾਨ ਹੋ ਜਾਓਗੇ। ਹਾਂਜੀ ਨਿੱਜਰ ਸਾਹਿਬ। ਹਾਂ, ਸਭ ਤੇਰੀ ਕੋਈ ਦੇਖੋ ਨਿੱਜਰ ਸਾਹਿਬ, ਨਹੀਂ ਨਿੱਜਰ ਸਾਹਿਬ, ਸਭ ਤੇਰੀ ਇੱਕ ਸੌਰੀ ਆਉਤਲੀ ਤੋਂ ਫਿਰ ਮੈਂ ਪੜਦਾ ਇੱਕ ਮਿੰਟ। ਕੁਦਰਤ ਨੇਕੀ ਵੀ ਆ। ਹਾਂ, ਕੁਦਰਤ ਨੇਕੀਆਂ, ਕੁਦਰਤ ਬਦੀ ਵੀ ਆ, ਕੁਦਰਤ ਮਾਨ ਅਭਿਮਾਨ। ਇਹਦਾ ਮਤਲਬ ਕਹਿੰਦੇ ਪਾਇਆ ਹੋਇਆ ਹੈ, ਕੀ ਕਰ ਲੋਗੇ। ਸਿਸਟਮ ਦੇ ਵਿੱਚ ਚੀਜ਼ਾਂ ਪਾਈਆਂ ਨੇ, ਰੰਗ ਭਰੇ ਨੇ, ਨੇਕੀ ਵੀ ਭਰੀ ਆ, ਬਦੀਆਂ ਵੀ ਭਰੀਆਂ ਨੇ, ਮਾਨ ਵੀ ਭਰਿਆ, ਅਭਿਮਾਨ ਵੀ ਭਰਿਆ, ਹੰਕਾਰ ਵੀ ਭਰਿਆ। ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਧਰਤ ਖਾਕ। ਦੇਖੋਗੇ ਕੁਦਰਤ ਨੇ ਪਾਣੀ ਵੀ ਬਣਾਇਆ, ਬਸੰਤਰ ਬਣਾਇਆ, ਧਰਤੀ ਫਿਰ ਅਗਲੇ ਕੁਦਰਤ ਧਰਤੀ। ਹਾਂ, ਧਰਤੀ ਬਣਾਈ ਹੈ, ਮਿੱਟੀ ਬਣਾਈ ਹੈ ਮਾਲਕ ਨੇ। ਉਹ ਕਹਿੰਦੇ ਆਪਣੇ ਆਪ ਕੁਛ ਨਹੀਂ ਜੋ ਹੋਇਆ, ਬਿਗ ਬੈਂਗ ਥਿਊਰੀ ਨਾ ਮੰਨੀ ਜਾਓ, ਕਹਿੰਦੇ ਬਣਾਇਆ ਉਹਨੇ। ਹਾਂ, ਉਹ ਜਿਹਦਾ ਮਤਲਬ ਬਣਾਉਣ ਵਾਲਾ ਮਤਲਬ ਜਿੱਦਾਂ ਤੁਸੀਂ ਆਪਣਾ ਘਰ ਬਣਾਉਂਦੇ ਜੋ ਨਾ, ਕਹਿੰਦੇ ਇੱਕ ਇੱਕ ਚੀਜ਼ ਉਹਨੇ ਬਣਾਈ ਆ। ਬਿਲਕੁਲ। ਤੁਹਾਨੂੰ ਨਹੀਂ ਦਿਖਦੀ, ਪਰ ਇਨਸਾਨ ਨੂੰ ਨਹੀਂ ਦਿਖਦੀ। ਜਿੱਦਾਂ ਦੀ ਪ੍ਰਕਿਰਤੀ ਦੀ ਰਚਨਾ ਕੀਤੀ ਗਈ ਆ, ਉਹਦੀ ਖੁਰਾਕ ਦਾ ਵੀ ਅਰੇਂਜਮੈਂਟ ਕੀਤਾ ਗਿਆ ਹੈ। ਜੇ ਖੁਰਾਕ ਨਾ ਉਹਦੇ ਨਿੱਜੇ ਸਭ ਚੀਜ਼ ਤੇ ਖਤਮ ਹੋ ਜੂਗੀ। ਇੱਥੇ ਮੈਂ ਵੇਖਣਾ ਕਿੰਨੇ ਲੰਗੂਰ ਆ। ਹੁਣ ਤੇ ਚਲੋ ਮੌਸਮ ਓਕੇ ਆ, ਜਦੋਂ ਕੜਾਕੇ ਦੀ ਠੰਡ ਪੈਣੀ ਹੈ ਨਿੱਜਰ ਸਾਹਿਬ, ਉਹ ਜੀਵ ਇੱਥੇ ਸਰਵਾਈਵ ਕਰਨਗੇ। ਜਦੋਂ ਉਹ ਨਾ ਬਾਣੀ ਕਹਿੰਦੀ ਕਿ ਸਾਨੂੰ, ਉਹਨਾਂ ਨੂੰ ਵੇਖੋ ਬਿਨਾਂ ਕੱਪੜਿਆਂ ਤੋਂ ਹੀ ਜਾਨਵਰ ਰੱਖੇ ਨੇ, ਪਰ ਉਹਨਾਂ ਦੀ ਜਿਹੜੀ ਡਰੈਸ ਆ ਆਲਰੇਡੀ ਉਹਨਾਂ ਦੀ ਸਕਿਨ ਦੇ ਉੱਤੇ ਹੈਗੀ ਆ। ਇਹ ਕੁਦਰਤ ਨੇ ਉਹਨਾਂ ਨੂੰ ਬਣਾ ਕੇ ਰੱਖਿਆ ਹੈ। ਸਾਨੂੰ ਕੱਲਿਆਂ ਨੂੰ ਕੁਛ ਨਹੀਂ ਦਿੱਤਾ। ਸਾਨੂੰ ਕੁਦਰਤ ਕਹਿੰਦੀ ਕਿ ਤੂੰ ਆਪਣੇ ਕੱਪੜੇ ਖੁਦ ਤਿਆਰ ਕਰ। ਨਿੱਜਰ ਸਾਹਿਬ ਇਹ ਵੀ ਸੱਚ ਜੇ। ਕਿਉਂਕਿ ਮਨੁੱਖ ਜੇ ਸਰਵਾਈਵ ਕਰਨਾ ਚਾਹੁੰਦਾ ਹੈ ਨਾ, ਉਹ ਕਹਿੰਦੇ ਤੈਨੂੰ ਜਾਨਵਰ ਵਾਲਾ ਸਿਸਟਮ ਨਹੀਂ ਹੈ, ਤੈਨੂੰ ਬੁੱਧੀ ਦਿੱਤੀ ਹੈ, ਤੈਨੂੰ ਹੱਥ ਦਿੱਤਾ ਹੈ, ਤੈਨੂੰ ਦਿਮਾਗ ਦਿੱਤਾ ਹੈ, ਤੂੰ ਇਹਦਾ ਇਸਤੇਮਾਲ ਕਰ ਤੇ ਆਪਣੇ ਲਈ ਕੱਪੜਾ ਖੁਦ ਤਿਆਰ ਕਰ। ਕਿਉਂਕਿ ਜੇ ਬੰਦੇ ਦੇ ਅੰਦਰ ਇੰਨੀ ਬੁੱਧੀ ਨਾ ਹੁੰਦੀ ਤੇ ਨਿੱਜਰ ਸਾਹਿਬ ਇਹ ਜਿਹੜਾ ਸਾਨੂੰ ਜਿਹੜਾ ਸਭ ਤੋਂ ਸ੍ਰੇਸ਼ਟ ਜੁਨੀ ਦਾ ਜਿਹੜਾ ਖਿਤਾਬ ਆ, ਜਿਹੜੀ ਉਹ ਤਕਮਾ ਹੈ, ਉਹ ਮਿਲਣਾ ਨਹੀਂ ਸੀ। ਬਿਲਕੁਲ ਸਹੀ ਹੈ। ਹਾਂਜੀ ਨਿੱਜਰ ਸਾਹਿਬ ਆਪ ਅੱਗੇ ਬੋਲ ਰਹੇ ਸੀ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਕਹਿੰਦੇ ਸਾਰੀ ਦੀ ਸਾਰੀ ਤੇਰੀ ਕੁਦਰਤ ਹੈਗੀ ਆ, ਔਰ ਤੂੰ ਮਾਲਕ ਹੈ, ਇਸ ਦਾ ਕਰਤਾ ਹੈਗਾ ਆ, ਔਰ ਤੂੰ ਪਵਿੱਤਰ ਹੈਗਾ ਆ। ਤੇ ਜੇ ਕੋਈ ਵੀ ਜਿਹੜਾ ਹੈਗਾ ਮਨੁੱਖ ਦੇ ਜਾਮੇ ਦੇ ਵਿੱਚ ਪਵਿੱਤਰ ਹੋਣਾ ਚਾਹੁੰਦਾ ਹੈ, ਤੇ ਤੇਰੇ ਨਾਮ ਦੇ ਨਾਲ, ਤੇਰੀ ਬੰਦਗੀ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਜਿਹੜਾ ਸਿਫਤ ਸਲਾਹ ਦੇ ਨਾਲ ਪਵਿੱਤਰ ਹੋ ਸਕਦਾ ਹੈ। ਤੇ ਨਾਨਕ ਕਹਿੰਦੇ ਜੇ ਤੂੰ ਪਾਕ ਹੋਣਾ ਚਾਹੁੰਦਾ ਹੈ, ਤੇ ਪਾਕ ਹੋਣ ਦਾ ਇੱਕੋ ਤਰੀਕਾ ਹੈ ਕਿ ਤੇਰੀ ਭਗਤੀ ਕਰਨੀ ਪਊਗੀ। ਹਾਂ, ਇਹ ਜਿੰਨਾ ਵੀ ਰੰਗ ਤਮਾਸ਼ਾ ਬਣਿਆ ਹੈ ਨਾ, ਇੱਥੋਂ ਆਮ ਬੰਦਾ ਨਿਕਲ ਹੀ ਨਹੀਂ ਸਕਦਾ। ਦੇਖ ਲਓ, ਕਹਿੰਦੇ ਸਭ ਡਿਜ਼ਾਈਨ ਕੀਤਾ ਹੋਇਆ ਆਲਰੇਡੀ। ਬਿਲਕੁਲ। ਤੇ ਪਾਕ ਉਦੋਂ ਹੀ ਹੋਵੇਗਾ ਮਨੁੱਖਾ ਜੇਕਰ ਤੂੰ ਉਸ ਪਰਮਾਤਮਾ ਦੀ ਭਗਤੀ ਕਰੇਗਾ। ਕਿਹੜੇ ਪਰਮਾਤਮਾ ਦੀ? ਜਿਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ। ਕਿਉਂਕਿ ਇਹ ਸਾਰਾ ਕਹਿੰਦੇ ਉਹਨੇ ਤਿਆਰ ਕੀਤਾ ਹੈ। ਹਾਂਜੀ ਨਿੱਜਰ ਸਾਹਿਬ।
ਹਾਂ, ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ, ਔਰ ਆਪਣੇ ਹੁਕਮ ਜਿਹੜਾ ਜੋ ਮਾਲਕ ਦੇ ਨਿਯਮ ਹੈਗੇ ਉਹਦੇ ਅੰਦਰ ਹੀ ਸ੍ਰਿਸ਼ਟੀ ਨੂੰ ਚਲਾ ਰਿਹਾ ਆ, ਔਰ ਪੂਰੀ ਤਰ੍ਹਾਂ ਦੇਖ ਰਿਹਾ ਹੈ ਸ੍ਰਿਸ਼ਟੀ ਨੂੰ, ਆਪ ਇਨਵਾਲਵ ਆ ਔਰ ਵਰਤ ਵੀ ਰਿਹਾ ਹੈ ਸ੍ਰਿਸ਼ਟੀ ਦੇ ਨਾਲ। ਬਿਲਕੁਲ ਸਹੀ ਹੈ ਨਿੱਜਰ ਸਾਹਿਬ। ਹੁਣ ਮੈਂ ਤਾਂ ਨਾ ਅਸੀਂ ਜਦੋਂ ਆ ਰਹੇ ਸੀ ਨਾ ਉਧਰੋਂ, ਹਾਂਜੀ ਹਾਂਜੀ, ਤੇ ਰਾਹ ਦੇ ਵਿੱਚ ਨਿੱਜਰ ਸਾਹਿਬ ਮੈਂ ਵੇਖ ਰਿਹਾ ਉੱਥੇ ਨਾ ਸਾਗਰ ਰਣਜੀਤ ਡੈਮ, ਕਿਹੜਾ ਹਾਂਜੀ, ਨਾਮ ਡੈਮ ਯਾਰ? ਰਣਜੀਤ ਡੈਮ, ਹਾਂ। ਰਣਜੀਤ ਸਾਗਰ। ਹਾਂ ਨਿੱਜਰ ਸਾਹਿਬ ਉਹਦੇ ਅੰਦਰ ਵੇਖੋ ਉਹ ਪਾਣੀ ਦੇ ਫਲੋ ਨਾਲ ਟਰਬਾਈਨਾਂ ਚੱਲਣ ਦੀਆਂ, 4 ਟਰਬਾਈਨਾਂ ਉਹਦੇ ਵਿੱਚ ਲੱਗੀਆਂ ਨੇ। ਇੱਕ ਟਰਬਾਈਨ ਜਿਹੜੀ ਆ ਕਹਿੰਦੇ ਰੋਜ਼ ਦੀ ਕਰੋੜ ਰੁਪਏ ਦੀ ਬੱਤੀ ਪੈਦਾ ਕਰਦੀ ਹੈ। ਕਿੱਦਾਂ ਵੇਖੋ ਪਹਾੜਾਂ ਤੇ ਪਾਣੀ ਇਕੱਠਾ ਹੁੰਦਾ ਹੈ, ਉੱਥੇ ਪਾਣੀ ਪਿਘਲ ਕੇ ਥੱਲੇ ਆ ਰਿਹਾ। ਇਹ ਉਹੀ ਪਾਣੀ ਹੈ ਜਿਹੜਾ ਬਰਫ਼ ਦੇ ਰੂਪ ਚ ਸਟੋਰ ਹੋ ਜਾਂਦਾ ਹੈ। ਇਹੋ ਹੀ ਪਾਣੀ ਜਿਹੜਾ ਵਹਿ ਕੇ ਪੰਜਾਬ ਵੱਲ ਜਾਂਦਾ ਹੈ, ਰਾਵੀ ਦੇ ਦਰਿਆ 'ਚ ਜਾਂਦਾ ਹੈ, ਸਾਰਾ ਪਾਣੀ ਨਿੱਜਰ ਸਾਹਿਬ। ਇਹਦਾ ਮਤਲਬ ਕੁਦਰਤ ਨੇ ਵਿੱਚ ਪਹਾੜਾਂ ਦਾ ਇਦਾਂ ਦਾ ਡਿਜ਼ਾਈਨ ਕੀਤਾ ਗਿਆ ਕਿ ਜਿੱਥੇ ਤੁਸੀਂ ਪਾਣੀ ਨੂੰ ਸਟੋਰ ਕਰ ਲਓ। ਨਿੱਜਰ ਸਾਹਿਬ ਬੰਨ ਤੇ ਇੱਕ ਹੀ ਲਾਇਆ ਮੈਂ ਵੇਖਿਆ, ਹੋਰ ਤੇ ਬੰਨ ਲਾਉਣ ਦੀ ਲੋੜ ਹੀ ਨਹੀਂ। ਬਿਲਕੁਲ। ਜਿੱਥੇ ਰਣਜੀਤ ਡੈਮ ਬਣਿਆ ਨਾ ਨਿੱਜਰ ਸਾਹਿਬ, ਉੱਥੇ ਇੱਕੋ ਕੱਲਾ ਬੰਨ ਲੱਗਾ, ਉੱਥੇ ਇੱਕ ਟਰਬਾਈਨਾਂ ਨੇ। ਇਹ ਤਾਂ ਮਤਲਬ ਮਗਲੇ ਬੰਨੇ ਪਾਣੀ ਦਾ ਜਿਹੜਾ ਸਟਾਕ ਹੋਣ ਦਾ ਜਿਹੜੀ ਦਿੱਤੀ ਆ ਕਪੈਸਿਟੀ ਦਿੱਤੀ ਆ, ਉਹ ਪਹਾੜਾਂ ਦੇ ਵਿੱਚ ਹੀ ਬਣੀ ਹੋਈ ਆ ਜਗ੍ਹਾ, ਤਾਂ ਹੀ ਬਣ ਗਈ ਆ ਉਹ ਇੰਨਾ ਪਾਣੀ ਸਟੋਰ ਕਰਨ ਦਾ, ਨੇਚਰਲ ਜਗ੍ਹਾ ਨੂੰ ਉਹਨੂੰ। ਹਾਂ ਨਿੱਜਰ ਸਾਹਿਬ, ਉਹ ਜਿਹੜਾ ਪਾਣੀ ਜਿਹੜਾ ਸਟੋਰ ਕਰਨ ਦਾ, ਜੇਕਰ ਅਸੀਂ ਤੇ ਗੱਲ ਵਰਤ ਰਹੇ ਹਾਂ, ਟੈਂਕੀਆਂ ਟੂਕੀਆਂ ਛੋਟੀਆਂ ਮੋਟੀਆਂ ਆਪਾਂ ਬਣਾ ਸਕਦੇ ਹਾਂ। ਆਪਾਂ ਨਿੱਜਰ ਸਾਹਿਬ ਪਹਾੜ ਥੋੜੀ ਬਣਾ ਸਕਦੇ ਹਾਂ। ਆਪਾਂ ਤੇ ਇਹ ਕਿ ਥੋੜੀ ਜਿਹੀ ਜਗ੍ਹਾ ਨਿੱਜਰ ਸਾਹਿਬ ਲਾ ਲਓ ਕਿ 200-400 ਮੀਟਰ ਜਗ੍ਹਾ ਵਾ ਜਿੱਥੇ ਉਹਨਾਂ ਬੰਨ ਲਾਇਆ, ਬਾਕੀ ਤੇ ਨੈਚੁਰਲ ਹੈ। ਹਾਂ, ਬਾਕੀ ਨੈਚੁਰਲ ਆ, ਬਿਲਕੁਲ। ਹਾਂ, ਉੱਥੇ ਉਹ ਜਿਹੜਾ ਥੱਲੇ ਆ ਨਿੱਜਰ ਸਾਹਿਬ, ਜਦੋਂ ਉੱਥੇ ਬੰਨ ਮਾਰਿਆ ਨਾ, ਉਹ ਬੰਨ 400-500 ਲਾ ਲਓ, 600 ਫੁੱਟ ਲਾ ਲਿਆ, ਉਹ ਬੰਨ ਮਾਰਿਆ, ਉਹਦੇ ਥੱਲੇ ਨਾ ਹੋਲ ਛੱਡੇ ਇਹਨਾਂ ਨੇ ਜਿੱਥੇ ਟਰਬਾਈਨਾਂ। ਬਿਲਕੁਲ। ਤੇ ਅੱਗੇ ਉਹ ਪਾਣੀ ਨਦੀਆਂ 'ਚ ਚੱਲ ਜਾਂਦਾ। ਕੁਦਰਤ ਨੇ ਸਾਡੇ ਲਈ, ਜੇ ਸਾਨੂੰ ਪਤਾ ਵਾ ਸਾਨੂੰ ਬੱਤੀ ਦੀ ਲੋੜ ਹੈ ਨਿੱਜਰ ਸਾਹਿਬ, ਉਹ ਸਭ ਅਰੇਂਜਮੈਂਟ ਕੀਤੇ ਹੋਏ ਨੇ ਕਿ ਇਹ ਇਨਸਾਨ ਨੂੰ ਬੱਤੀ ਦੀ ਲੋੜ ਆ, ਪਾਣੀ ਤੋਂ ਬੱਤੀ ਪੈਦਾ ਹੋ ਸਕਦੀ ਆ। ਹੁਣ ਆਉਣ ਵਾਲੇ ਸਮੇਂ 'ਚ ਜੇਕਰ ਸੋਨੇ ਜਿਹੜਾ ਸੂਰਜ ਤੋਂ ਬੱਤੀ ਪੈਦਾ ਹੋ ਰਹੀ ਹੈ ਨਿੱਜਰ ਸਾਹਿਬ, ਇਹਦਾ ਵੀ ਆਪਸ਼ਨ ਦਿੱਤਾ ਹੈ, ਹਵਾ ਦਾ ਵੀ, ਕਿ ਏਦਾਂ ਦੀ એનર્ਜੀ ਸਿਸਟਮ ਜਿਹੜਾ ਵਾ ਕੁਦਰਤ ਨੇ ਤਿਆਰ ਕੀਤਾ ਹੈ, ਜਿਹੜੀ ਅਸੀਂ ਤੇ ਲੱਭ ਰਹੇ ਹਾਂ ਆਲਰੇਡੀ। ਅਸੀਂ ਲੱਭ ਲਿਆ ਚੀਜ਼ਾਂ, ਉਹ ਕੁਦਰਤ ਨੇ ਨਿੱਜਰ ਸਾਹਿਬ ਆਲਰੇਡੀ ਸਾਡੇ ਲਈ ਪਹਿਲਾਂ ਬਣਾ ਕੇ ਰੱਖੀਆਂ ਨੇ ਕਿ ਬੰਦੇ ਨੂੰ ਥੋੜੀ ਜਿਹੀ ਬੁੱਧੀ ਮਿਲ ਜੂਗੀ। ਤੇ ਇਹ ਜਿਹੜੇ ਡੀਜ਼ਲ, ਪੈਟਰੋਲ ਆ, ਗੈਸ ਆ, ਨਰਿੰਦਰਪਾਲ ਜੀ ਮਾਈਕ ਬੰਦ ਕਰ ਦਿਓ ਪਲੀਜ਼, ਤੁਹਾਡਾ ਮਾਈਕ ਆਨ ਹੋ। ਤੇ ਇੱਥੋਂ ਵੀ ਅੱਗੇ ਜਾ ਕੇ ਬੰਦਾ ਹੋਰ ਬੈਟਰ એનર્ਜੀ ਨੂੰ ਯੂਜ਼ ਕਰੇ, ਜਿਹਦੇ ਨਾਲ ਪੋਲੂਸ਼ਨ ਪੈਦਾ ਨਾ ਹੋਵੇ, ਜ਼ਿੰਦਗੀ ਹੋਰ ਆਸਾਨ ਹੋ ਜਾਏ। ਹਾਂਜੀ ਨਿੱਜਰ ਸਾਹਿਬ, ਆਪ ਅੱਗੇ ਚਲੋ ਪਲੀਜ਼। ਮੈਂ ਬੰਦ ਕੀਤਾ ਸੀ, ਫਿਰ ਖੋਲਤਾ ਉਹਨਾਂ ਨੇ। ਹਾਂ, ਹੋ ਗਿਆ ਬੰਦ। ਅੱਗੇ ਜਿਹੜੀ ਹੈਗੀ ਪੌੜੀ ਹੈਗੀ, ਗੋਰਕੀ ਸਾਹਿਬ ਪੌੜੀ ਕਹਿੰਦੀ ਆ, ਦੇਖ ਲਓ, ਕਹਿੰਦੇ ਨਿਕਲਣ ਦਾ ਰਸਤੇ ਤੇ ਕੋਈ ਨਹੀਂ ਆਉਂਦਾ ਭਾਈ। ਇਨਸਾਨ ਜਿਹੜੇ ਹੈਗੇ ਮੈਕਸੀਮਮ ਜਿਹੜੇ ਹੈਗੇ ਆ ਕੰਮ ਕਰਦੇ ਆ। ਪੌੜੀ ਆਪ ਹੀ ਨੇ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਬਸ ਸਰੀਰ ਜਿਹੜਾ ਭਸਮੜ ਹੋ ਗਿਆ, ਭੋਗਾਂ ਦੇ ਵਿੱਚ ਹੀ ਇਨਸਾਨ ਜਿਹੜਾ ਪੂਰਾ ਗਲਤਾਨ ਰਹਿੰਦਾ। 24 ਘੰਟੇ ਇਨਸਾਨ ਨੂੰ ਦਿੰਦਾ ਮਾਲਕ ਪਰਮਾਤਮਾ, ਦਿਨ ਦੇ ਦੁਬਾਰਾ ਫਿਰ ਅਗਲੇ ਦਿਨ ਫਿਰ 24 ਘੰਟੇ ਦਿੰਦਾ। ਬਸ 24 ਦੇ 24 ਘੰਟੇ ਭੋਗਾਂ 'ਚ ਭੋਗ ਕੇ ਤੇ ਸਰੀਰ ਭਸਮੜ ਹੋ ਗਿਆ ਤੇ ਭੌਰ ਨਿਕਲ ਗਿਆ ਪਾਏ। ਉਹ ਫੜਿਆ ਗਿਆ ਜੀਵ। ਪਾਪੀ ਨੇ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਕਹਿੰਦੇ ਬੜਾ ਦੁਨੀਆ ਸੀ ਇਹਦੀ, ਬੜਾ ਟੈਰੀਟਰੀ ਸੀਗੀ, ਕਿੰਨੀ ਜ਼ਮੀਨ ਸੀਗੀ, ਕਿੰਨੇ ਮਹਿਲ ਸੀਗੇ, ਕਿੰਨੀ ਜਾਇਦਾਦ ਸੀਗੀ। ਕਹਿੰਦੇ ਹੁਣ ਵੱਡਾ ਹੋ ਗਿਆ ਭਾਈ। ਵੱਡਾ ਹੋਣਾ ਕਹਿੰਦੇ ਮਰ ਗਿਆ। ਕਿਸੇ ਨੂੰ ਆਪਾਂ ਪਿੰਡ ਦੇ ਵਿੱਚ ਬੋਲੀ ਹੈ ਪਈ, ਉਹਨਾਂ ਦਾ ਵੱਡਾ ਹੋ ਗਿਆ। ਕਹਿੰਦੇ ਮਰ ਗਿਆ ਨਹੀਂ, ਕਹਿੰਦੇ ਵੱਡਾ ਹੋ ਗਿਆ। ਵੱਡਾ ਹੋਆ ਦੁਨੀਦਾਰ, ਕਹਿੰਦੇ ਇੰਨੀ ਦੁਨੀਆਦਾਰ ਸੀਗਾ, ਬਸ ਹੋ ਗਿਆ, ਇਹਦਾ ਟਾਈਮ ਪੀਰੀਅਡ ਪੂਰਾ ਹੋ ਗਿਆ। ਗਲ ਸੰਗਲ ਕੱਤ ਚਲਾਇਆ। ਹੁਣ ਜੀਵ ਜਿਹੜਾ ਸੀਗਾ ਉਹਦੇ ਅੰਦਰ ਜਿਹੜਾ ਹੈ ਮੋਹ ਦੀਆਂ ਤਾਰਾਂ ਲੱਗੀਆਂ ਸੀਗੀਆਂ, ਉਹਨਾਂ ਦੇ ਕਾਰਨ ਸੀਗਾ, ਤੇ ਲੈ ਗਏ ਭਾਈ ਕੱਤ ਕੇ ਅੱਗੇ ਲਾ ਲਿਆ ਉਹਨੂੰ ਧਰਮਰਾਜ ਦੇ ਕੋਲ, ਜਿੱਥੇ ਜਿਹੜਾ ਫੈਸਲਾ ਹੋਣਾ ਹੈ। ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ। ਕਹਿੰਦੇ ਚੈਨ ਦੇ ਨਾਲ, ਧਿਆਨ ਦੇ ਨਾਲ,
ਪੂਰਾ ਤਸੱਲੀ ਦੇ ਨਾਲ ਜਿਹੜਾ ਹੈਗਾ ਉਹਦੀ ਕਰਨੀ ਕੀ ਕੀਤਾ ਹੈ ਭਾਈ, ਕੀਰਤ ਕੀਤੀ ਹੈ, ਕੋਈ ਚੰਗੇ ਕੰਮ ਕੀਤੇ ਆ, ਭਲੇ ਕੰਮ ਕੀਤੇ, ਬੰਦਗੀ ਕੀਤੀ ਆ, ਉਹ ਵਾਚੀ ਜਾਂਦੀ ਹੈ ਭਾਈ। ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ। ਉਹਨੂੰ ਬਿਠਾ ਕੇ ਚੰਗੀ ਤਰ੍ਹਾਂ ਲੇਖਾ ਸਮਝਾ ਦਿੱਤਾ ਪਿਆਰਿਆ ਵੀ ਆਹ ਜੂਨਾਂ 'ਤੇ ਤੈਨੂੰ ਲੰਘਣਾ ਪਊਗਾ, ਆਹ ਤੇਰੇ ਹੈਗੇ ਪਾਏ ਅਵਗੁਣ। ਤੂੰ ਜਿਹੜਾ ਜਿਸ ਕੰਮ ਦੇ ਵਿੱਚ ਭੇਜਿਆ ਸੀਗਾ, ਤੈਨੂੰ ਸਰੀਰ ਦਿੱਤਾ ਸੀਗਾ, ਤੈਨੂੰ ਜਿਹੜਾ ਹੈਗਾ ਸੁਰਤ ਮਤ ਮਨ ਬੁੱਧ, ਤੈਨੂੰ ਇੰਨਾ ਪਰਿਵਾਰ ਦਿੱਤਾ ਸੀਗਾ, ਇੰਨਾ ਧਨ ਦੌਲਤ, ਇੰਨਾ ਖਾਣ ਨੂੰ ਦਿੱਤਾ ਸੀ, ਇੰਨੀ ਹਵਾ ਦਿੱਤੀ ਸੀ, ਆਹ ਸਾਰਾ ਇੰਨਾ ਪਾਣੀ, ਸਾਰਾ ਕੁਛ ਤੂੰ ਯੂਜ਼ ਕੀਤਾ, ਪਰ ਕੀਤਾ ਕੁਛ ਵੀ ਨਹੀਂ ਤੂੰ। ਇਸ ਕਰਕੇ ਭਾਈ ਹੁਣ ਜਿਹੜਾ ਹੈਗਾ ਇਹ ਲੇਖਾ ਉਹਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਂਦਾ ਹੈ। ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ। ਕਹਿੰਦੇ ਹੁਣ ਤਾਂ ਭਾਈ ਪੈਣੀਆਂ ਹੀ ਪੈਣੀਆਂ ਆ। ਹੁਣ ਰੋਣ ਦੇ ਨਾਲ ਤੇਰਾ ਜਿਹੜਾ ਹੈਗਾ, ਹੁਣ ਚੀਂਗ ਚਿਹਾੜਾ ਮਾਰਨ ਦੇ ਨਾਲ ਕੁਛ ਨਹੀਂ ਹੋਣਾ। ਹੁਣ ਤਾਂ ਇਹ ਜੂਨਾਂ ਦੇ ਵਿੱਚੋਂ ਦੀ ਲੰਘਣਾ ਹੀ ਪੈਣਾ ਹੈ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਦੁਬਾਰਾ ਚਾਂਸ ਮਿਲੇਗਾ। ਮਨੇ ਆਂਦਾ ਜਨਮ ਗਵਾਇਆ। ਕਹਿੰਦੇ ਮਨ ਦੇ ਆਖੇ ਲੱਗ ਕੇ ਜਿਹੜਾ ਇਹ ਮਾਇਆ, ਇਹ ਜਿਹੜਾ ਧੋਖਾ, ਜਿਹੜੀ ਟਰੈਪ ਸੀਗੀ, ਅੰਧੇਰੇ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਜਨਮ ਇਹ ਸਵਾਦਾਂ ਦੇ ਵਿੱਚ, ਭੋਗ ਵਿਲਾਸ ਦੇ ਵਿੱਚ ਗਵਾ ਲਿਆ ਪਾਏ। ਮਨੁੱਖਾ ਜੂਨ ਸਿਖਰਲਾ ਡੰਡਾ ਥੱਲੇ ਡਿੱਗ ਪਿਆ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਲਾਸਟ ਦੇ ਗੱਲ ਨੂੰ ਇਕੱਠਾ ਕਰ ਰਹੇ ਨੇ, ਸਮਝਾ ਰਹੇ ਨੇ। ਉਹ ਕਹਿੰਦੇ ਨੇ ਕਿ ਸੰਸਾਰ ਦੇ ਅੰਦਰ ਸਾਰਾ ਕੁਝ ਹੀ ਪ੍ਰਕਿਰਤੀ ਦੇ ਵਿੱਚ ਰਚਿਆ ਗਿਆ ਹੈ, ਔਰ ਜਿੰਨੇ ਵੀ ਭੋਗ ਪਾਏ ਨੇ, ਰਸ ਪਾਏ ਨੇ, ਰੰਗ ਪਾਏ ਨੇ, ਜਾਤੀਆਂ ਪਾਈਆਂ, ਹਉਮੈ ਪਾਈ, ਜੋ ਮਰਜ਼ੀ ਪਾਇਆ ਹੈ, ਇਹ ਸਭ ਵੈਲ ਪਲੈਨ ਕੀਤੀ ਹੋਈ ਇੱਕ ਗੇਮ ਹੈ। ਕਹਿੰਦੇ ਕਿ ਜੇਕਰ ਅਸੀਂ ਸਾਰਾ ਤੁਹਾਨੂੰ ਸਮਝਾ ਵੀ ਦਿੱਤਾ ਹੈ, ਇਹਦੇ ਬਾਵਜੂਦ ਵੀ ਜੇ ਕੋਈ ਨਹੀਂ ਸਮਝਦਾ ਤੇ ਉਹਦੀ ਮਰਜ਼ੀ ਹੈ। ਕਿਉਂਕਿ ਜਿਹੜੀ ਗੱਲ ਸਮਝਾ ਦਿੱਤੀ ਹੈ, ਹੁਣ ਜਿਹੜਾ ਬੰਦਾ ਨਹੀਂ ਸਮਝਦਾ ਤੇ ਫਿਰ ਆਪਣਾ ਮਨੁੱਖਾ ਜਨਮ ਜਿਹੜਾ ਗਵਾ ਲੈਂਦਾ। ਤੇ ਜਦੋਂ ਮਨੁੱਖਾ ਜਨਮ ਗਵਾ ਲੈਂਦਾ ਫਿਰ ਮਨ ਜਿਹੜਾ ਅੰਨਾ ਦਾ ਮਤਲਬ ਉਹ ਵਿਸ਼ਵਾਸ ਨਹੀਂ ਕਰਦਾ। ਅਸਲ 'ਚ ਬਾਣੀ ਦੇ ਵਿੱਚ ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭ ਕੁਝ ਬਣਾਇਆ ਹੈ, ਤੈਨੂੰ ਨਹੀਂ ਪਤਾ ਲੱਗਣ ਦਿਆ ਇਹ ਕਿੰਨੇ ਬਣਾਇਆ ਸਾਰਾ ਕੁਛ। ਜੇ ਤੂੰ ਸਾਹ ਲੈ ਰਿਹਾ ਹੈ ਤੇ ਸਾਹ ਕਿੰਨੇ ਰੇਂਜ ਕੀਤਾ ਹੈ, ਜੇ ਤੂੰ ਪਾਣੀ ਪੀ ਰਿਹਾ ਹੈ ਪਾਣੀ ਕਿੰਨੇ ਰੇਂਜ ਕੀਤਾ ਹੈ, ਇਹ ਤੇਰਾ ਘਰ-ਬਾਰ, ਤੇਰੇ ਇਹ ਪਰਿਵਾਰ, ਇਹ ਕਿੱਥੋਂ ਆ ਗਏ ਨੇ, ਕਿੱਥੋਂ। ਜੇ ਤੂੰ ਖਾ ਰਿਹਾ ਹੈ ਤੇ ਅੰਨ ਕਿੱਥੋਂ ਆ ਗਿਆ, ਇਹ ਕਣਕ ਕਿੱਥੋਂ ਆਈ ਹੈ। ਤੇਰੇ ਅੰਦਰ ਬੁੱਧੀ ਨਹੀਂ ਹੈਗੀ, ਤੈਨੂੰ ਪਤਾ ਨਹੀਂ ਲੱਗਣ ਦੇ ਸਭ ਪ੍ਰਕਿਰਤੀ ਹੈ, ਮਾਇਆ ਹੈ। ਮਾਇਆ ਦੇ ਵਿੱਚ ਕਿਤੇ ਆਪਣੇ ਆਪ ਨੂੰ ਭੁੱਲ ਨਾ ਜਾਵੀਂ ਕਿ ਤੈਨੂੰ ਬੜੀ ਪ੍ਰੋਬਲਮ ਹੋ ਜਾਣੀ ਹੈ। ਫਿਰ ਪ੍ਰੋਬਲਮ ਕੀ ਹੋਣੀ ਹੈ, ਛੋਟੀ ਜੀ ਪ੍ਰੋਬਲਮ ਹੈ। ਕਹਿੰਦਾ ਮਨ ਅੰਧੇ ਜਨਮ ਗਵਾਇਆ, ਤੇਰਾ ਜੀਵਨ ਨਸ਼ਟ ਹੋ ਜਾਏ ਤੇ ਫਿਰ ਤੂੰ ਕੀ ਕਰੇਂਗਾ, ਉਹ ਤੇਰੀ ਮਰਜ਼ੀ ਹੈ। ਹੁਣ ਤੂੰ ਜਿੱਦਾਂ ਦੀ ਟਿਕਟ ਲਈ ਹੈ ਤੈਨੂੰ ਉਹ ਸਫ਼ਰ ਕਰਨਾ ਪਊ। ਠੀਕ ਹੈ ਨਜਰ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰ ਦਈਏ। ਹਾਂਜੀ ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਬਸ ਸਾਧ ਸੰਗਤ ਜੀ ਦੇਖੋ, ਬਾਣੀ ਦੇ ਵਿੱਚ ਕੇਵਲ ਸਾਡੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨੂੰ ਕਹਿੰਦੇ ਨੇ ਕਾਉਂਸਲਿੰਗ। ਕਾਉਂਸਲਿੰਗ ਦਾ ਮਤਲਬ ਕਈ ਜਗ੍ਹਾ ਤੇ ਨਾ ਆਪਣੇ ਫੈਮਿਲੀ ਮੈਟਰ ਹੁੰਦੇ ਆ ਨਾ, ਤੇ ਨਹੀਂ ਸੁਲਝਦੇ ਸਾਡੇ ਤੋਂ। ਫਿਰ ਆਪਾਂ ਕੀ ਕਰਦੇ ਹਾਂ, ਆਪਾਂ ਉਹਨਾਂ ਆਪਣੇ ਭੈਣ ਭਰਾਵਾਂ ਕੋਲ ਜਾਂਦੇ ਹਾਂ ਜਿਹੜੇ ਸਾਡੇ ਤੋਂ ਸਿਆਣੇ ਨੇ, ਜਿਨ੍ਹਾਂ ਦਾ ਕਹਿਣਾ ਅਸੀਂ ਵੀ ਮੰਨਦੇ ਹਾਂ, ਜਿਹੜਾ ਓਪੋਜਿਟ ਬੰਦਾ ਉਹ ਵੀ ਮੰਨਦਾ। ਉਹ ਕਾਉਂਸਲਿੰਗ ਕਰਦੇ ਆ। ਫਿਰ ਉਹ ਦੱਸਦੇ ਨੇ ਕਿ ਚਰਨਜੀਤ ਤੂੰ ਆਹ ਕਰੇਂਗਾ ਤੇ ਤੇਰੇ ਨਾਲ ਆਹ ਹੋਵੇਗਾ। ਫਿਰ ਦੂਸਰੇ ਨੂੰ ਵੀ ਇਹ ਸਮਝਾਉਂਦੇ ਜੇ ਤੂੰ ਆਹ ਕਰੇਂਗਾ ਤੇ ਤੇਰੇ ਨਾਲ ਆਵੇਗਾ। ਇਸੇ ਤਰ੍ਹਾਂ ਬਾਣੀ ਸਾਡੇ ਮਨ ਦੀ ਕਾਉਂਸਲਿੰਗ ਕਰਦੀ ਹੈ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਸਾਰਾ ਕੁਝ ਕਿਸੇ ਨੇ ਬਣਾਇਆ ਹੈ। ਤੂੰ ਵੀ ਅਸ਼ੀ ਦੇ ਵਿੱਚ ਨਾ ਜੀਵਨ ਬਤੀਤ ਕਰ, ਕਿਉਂਕਿ ਨੁਕਸਾਨ ਤੇਰਾ ਹੈ। ਭੋਗਾਂ ਦੇ ਵਿੱਚ, ਰਸਾਂ ਦੇ ਵਿੱਚ, ਹਉਮੈ ਦੇ ਵਿੱਚ ਜੇਕਰ ਤੂੰ ਜੀਵਨ ਬਤੀਤ ਕਰਦਾ ਤੇ ਤੇਰਾ ਇਹਦਾ ਰਿਜ਼ਲਟ ਵਧੀਆ ਨਹੀਂ। ਇੰਨਾ ਹੀ ਕਹਿਣਾ ਚਾਹੁੰਦੀ ਬਣ। ਤੇ ਆਪਾਂ ਵੀ ਇਸ ਗੱਲ ਨੂੰ ਸਮਝੀਏ, ਆਪਣੀ ਸਿਆਣਪ ਦਾ ਇਸਤੇਮਾਲ ਕਰੀਏ। ਬਾਣੀ ਚ ਕਿਹਾ ਮਾਨਸ ਜਨਮ ਦੁਰਲੱਭ ਹੈ, ਹੋਵੇ ਨਾ ਬਾਰੋ-ਬਾਰ। ਤੇ ਜੇਕਰ ਸਾਨੂੰ ਇਹ ਜਨਮ ਮਿਲਿਆ ਹੈ, ਇਹਦਾ ਸਹੀ ਤਰ੍ਹਾਂ ਪ੍ਰਯੋਗ ਕੀਤਾ ਜਾਵੇ, ਨਾ ਕਿ ਦੁਰਪ੍ਰਯੋਗ ਕੀਤਾ ਜਾਵੇ। ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ। ਹਾਂਜੀ, ਮਾਲਕ ਕਹਿੰਦਾ ਕਿ ਬਈ ਦੇਖ, ਮੈਂ ਤੇਰੇ ਵਾਸਤੇ ਭੋਗ ਵਿਲਾਸ, ਦੁਨੀਆ ਦੇ ਪਦਾਰਥ, ਸਾਰਾ ਕੁਝ ਤੇਰੇ ਵਾਸਤੇ ਬਣਾਇਆ ਪਿਆਰਿਆ। ਇਹਨਾਂ ਨੂੰ ਯੂਜ਼ ਕਰ, ਪਰ ਇਹਨਾਂ ਨੂੰ ਜਿਹੜਾ ਹੈਗਾ ਜਿੰਨੀ ਕੁ ਤੇਰੀ ਜ਼ਰੂਰਤ ਆ, ਇਹਨਾਂ ਨੂੰ ਤੂੰ ਜਿਹੜਾ ਟਾਰਗੇਟ ਨਾ ਬਣਾ, ਬਈ ਜੀਵਨ ਦਾ ਪ੍ਰਯੋਜਨ ਨਾ ਬਣਾ। ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈਗਾ ਸੱਚ ਨੂੰ ਵੀ ਲੈ ਕੇ ਆ। ਤੂੰ ਕੌਣ ਹੈਗਾ ਆ, ਔਰ ਕਿੰਨੀ ਦੇਰ ਤੱਕ ਇੱਥੇ ਹੈਗਾ ਆ, ਔਰ ਇਹ ਸਾਰੀ ਰਚਨਾ ਦਾ ਜਿਹੜਾ
ਕਰਨ ਵਾਲਾ ਉਹ ਮਾਲਕ ਪਰਮਾਤਮਾ ਹੈਗਾ, ਉਹਨੂੰ ਬੁੱਝ ਲਾ। ਇਸ ਵਾਸਤੇ ਤੈਨੂੰ ਮਨੁੱਖੀ ਜੂਨ ਮਿਲੀ ਹੈ। ਹਾਂਜੀ ਵੀਰ ਜੀ। ਹਾਂਜੀ ਬਸ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਆਪਣੇ ਜੀਵਨ ਨੂੰ ਤੁਸੀਂ ਸਹੀ ਤਰੀਕੇ ਨਾਲ ਬਤੀਤ ਕਰੋ, ਕਿਉਂਕਿ ਜੀਵਨ ਜਿਹੜਾ ਹੈਗਾ ਹੈ ਬੜਾ ਕੀਮਤੀ ਹੈ। ਇਹਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ। ਕਈ ਵਾਰੀ ਸਾਡੇ ਕੋਲ ਨਾ ਜ਼ਿਆਦਾ ਪੈਸਾ ਹੁੰਦਾ ਹੈ ਤੇ ਅਸੀਂ ਜਿੱਦਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ, ਹੌਲੀ ਹੌਲੀ ਕਰਕੇ ਉਹ ਪੈਸਾ ਖਤਮ ਹੋ ਜਾਂਦਾ ਹੈ। ਇੱਕ ਸਮਾਂ ਆਊਗਾ ਤੁਹਾਨੂੰ ਜਿਹੜਾ ਤੁਸੀਂ ਮਿਸਯੂਜ਼ ਕੀਤਾ ਨਾ ਕਿਸੇ ਚੀਜ਼ ਦਾ, ਉਹਦਾ ਜਿਹੜਾ ਨੁਕਸਾਨ ਹੈਗਾ ਤੁਹਾਨੂੰ ਜ਼ਰੂਰ ਭੁਗਤਣਾ ਪਵੇ। ਜੇਕਰ ਆਪਾਂ ਉਹਨੂੰ ਚੰਗੇ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤੇ ਫਿਰ ਉਹ ਜੀਵਨ ਦੇ ਵਿੱਚ ਉਹਦਾ ਰਿਜ਼ਲਟ ਸਾਨੂੰ ਮਿਲਦਾ ਹੈ। ਜੇਕਰ ਅਸੀਂ ਕੋਈ ਚੀਜ਼ ਦਾ ਗਲਤ ਇਸਤੇਮਾਲ ਕਰਦੇ ਹਾਂ, ਉਹਦਾ ਵੀ ਰਿਜ਼ਲਟ ਸਾਨੂੰ ਭੋਗਣਾ ਪੈਂਦਾ ਹੈ। ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੁੰਦੀ ਹੈ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਤਾਂ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦਿਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਸਮੱਤ ਬਖਸ਼ਣੀ। ਮੇਰੇ ਪਿਤਾ ਮੇਰੇ ਮਾਲਿਕ ਮਿਹਰ ਕਰੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਆਪ ਸਾਨੂੰ ਸਤਸੰਗ ਬਖਸ਼ ਰਹੇ ਹੋ ਔਰ ਇਸ ਸਤਸੰਗ ਦਾ ਭਾਵ ਸਾਡੇ ਹਿਰਦੇ ਤੇ ਵਿਛਾਉਣਾ। ਮੇਰੇ ਮਾਲਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।